ਤੇ ਨਰਿੰਦਰ ਮੋਦੀ ਅਮਿਤ ਸ਼ਾਹ ਦੀ ਗੁੰਡਿਆਂ ਕਾਤਲਾਂ ਦੀ ਟੀਮ ਇਸ ਸਾਰੇ ਵਰ੍ਹੇ ਨੂੰ 75ਵੀਂ ਜਿਹੜੀ ਹੈ ਇੰਡੀਅਨ ਇੰਡੀਪੈਂਡੈਂਸ ਡੇ ਦੀ ਸੈਲੀਬ੍ਰੇਸ਼ਨ ਦੇ ਨਾਲ ਕਈ ਕੁਝ ਡਰਾਮੇਬਾਜ਼ੀਆਂ ਕਰ ਰਹੇ ਨੇ। ਜਦੋਂ ਪਹਿਲੀ ਵਰ੍ਹੇਗੰਢ ਸੀ ਆਜ਼ਾਦੀ ਦੀ ਉਦੋਂ ਸਿੱਖਾਂ ਕਸ਼ਮੀਰੀਆਂ ਨਾਗਿਆਂ ਜਾਂ ਬਾਕੀ ਜਿਹੜੀਆਂ ਅਕਲੀਅਤਾਂ ਦੇ ਨਾਲ ਕੀ ਵਰਤਾਰਾ ਸ਼ੁਰੂ ਹੋਇਆ ਤੇ ਅੱਜ 74 ਜਾਂ 75 ਸਾਲ ਬਾਅਦ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਅਸੀਂ ਕਿੱਥੇ ਆ ਕੇ ਖੜੇ। ਇਹ ਜਦੋਂ 1935 ਦੇ ਵਿੱਚ ਪ੍ਰੋਵਿੰਸ਼ੀਅਲ ਇਲੈਕਸ਼ਨਸ ਹੁੰਦੀਆਂ ਨੇ ਸੂਬਿਆਂ ਦੀਆਂ, ਜ਼ਾਹਰ ਹੈ ਯੂਪੀ ਸੀਪੀ ਇਹਨਾਂ ਸਟੇਟਾਂ 'ਚ ਕਾਂਗਰਸ ਦੀ ਹਕੂਮਤ ਬਣਦੀ ਹੈ ਔਰ ਉਦੋਂ ਜੋ ਉਹਨਾਂ ਨੇ ਜਿਸ ਕਿਸਮ ਦੇ ਕਾਨੂੰਨ ਲਿਆਂਦੇ, ਜਿਸ ਕਿਸਮ ਦਾ ਵਰਤਾਰਾ ਮੁਸਲਮਾਨਾਂ ਦੇ ਨਾਲ ਸ਼ੁਰੂ ਹੋਇਆ, ਉਹਨਾਂ ਨੇ ਕਿਹਾ ਇਹ ਫਰਦਰ ਇਸ ਗੱਲ ਦਾ ਉਹਨਾਂ ਨੇ ਸਬੂਤ ਦੇ ਤੌਰ ਤੇ ਦਿੱਤਾ ਕਿ ਅਜੇ ਅੰਗਰੇਜ਼ ਇੱਥੇ ਬੈਠੇ ਹੋਏ ਨੇ ਜੀ ਔਰ ਇਹ ਹੋ ਰਿਹਾ ਜਦੋਂ ਇਹ ਚਲੇ ਗਏ ਤੁਹਾਡੇ ਨਾਲ ਕੀ ਸਲੂਕ ਕਰਨਗੇ। ਸੋ ਉਹਨਾਂ ਭਾਰਤ ਔਰ ਉਹ ਜਿਨ੍ਹਾਂ ਨੇ ਅੱਜ ਹਿੰਦੂਤਵਾਦ ਦਾ ਝੰਡਾ ਚੁੱਕਿਆ ਹੋਇਆ ਔਰ ਇਸ ਗੱਲ ਦੇ ਉੱਤੇ ਵੀ ਉਹ ਤਾਂ ਹੁਣ ਜਿਹੜਾ ਐਵੇਂ ਨਾਮ ਨਿਹਾਦ ਜਿਹਾ ਸੈਕੂਲਰਿਜ਼ਮ ਦਾ ਲੇਬਲ ਲਾਇਆ ਹੋਇਆ ਉਹਨੂੰ ਲਾ ਕੇ ਵੀ ਉਹ ਭਗਵਾ ਰੰਗ ਕਰਨਾ ਚਾਹੁੰਦੇ ਨੇ। ਜਿਵੇਂ ਜੰਤਰ ਮੰਤਰ ਰੋਡ ਦੇ ਉੱਤੇ ਇੱਕ ਹਿੰਦੂ ਆਰਗੇਨਾਈਜੇਸ਼ਨ ਜਿਹੜੀ RSS ਦੀ ਆਊਟਫਿਟ ਹੈ, ਉਹਨਾਂ ਨੇ ਉੱਥੇ ਆ ਕੇ ਹਜ਼ਾਰਾਂ ਦੀ ਗਿਣਤੀ 'ਚ ਮੁਸਲਮਾਨ ਵਿਰੋਧੀ ਨਾਅਰੇ ਲਾਏ ਕਿ ਭਾਈ ਇਹਨਾਂ ਨੂੰ ਕੱਟ ਕੇ ਸੁੱਟੋ, ਮਾਰ ਕੇ ਸੁੱਟੋ ਔਰ ਇਹ ਦੇਸ਼ ਸਾਡਾ, ਇਹਨਾਂ ਨੂੰ ਖਤਮ ਕਰੋ। ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ। ਆਦਾਬ ਬਰਜ਼ ਮਾਹ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਦੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब आज 9 अगस्त 2021 25 सावन नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਡਾਈਮ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਹਾਨੂੰ ਆਪਾਂ ਦੱਸ ਦਈਏ ਕਿ ਪ੍ਰੋਗਰਾਮ ਸੱਚੋ ਸੱਚ ਨੂੰ ਜਿਨ੍ਹਾਂ ਨੇ ਸਪਾਂਸਰ ਕੀਤਾ ਹੈ ਉਹਨਾਂ ਬਾਰੇ ਤੁਹਾਨੂੰ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਸੱਚੋ ਸੱਚ ਨਿਊਯਾਰਕ ਤੋਂ ਸਰਦਾਰ ਪ੍ਰੀਤ ਇੰਦਰ ਸਿੰਘ ਵੱਲੋਂ ਸਪਾਂਸਰ ਕੀਤਾ ਗਿਆ ਹੈ ਔਰ ਇਹਨਾਂ ਨੇ TV 84 ਵੱਲੋਂ ਮੀਡੀਆ ਵਿੱਚ ਕੀਤੇ ਜਾ ਰਹੇ ਕੰਮ ਲਈ ਡਾਕਟਰ ਅਮਰਜੀਤ ਸਿੰਘ ਜੀ ਅਤੇ TV 84 ਦੀ ਜਿਹੜੀ ਸਾਰੀ ਟੀਮ ਦਾ ਧੰਨਵਾਦ ਕੀਤਾ ਹੈ ਅਤੇ ਦਰਸ਼ਕਾਂ ਲਈ ਇਹੀ ਸੁਨੇਹਾ ਦਿੱਤਾ ਹੈ ਕਿ ਆਜ਼ਾਦੀ ਪੱਖੀ ਜੋ ਸਿੱਖ ਜਥੇਬੰਦੀਆਂ ਦੀ ਮਦਦ ਕੀਤੀ ਜਾਵੇ। ਸੋ ਅਸੀਂ ਆਪਣੀ ਜ਼ਿੰਮੇਵਾਰੀ ਸਮਝੀਏ ਅਤੇ ਦਸਵੰਧ ਕੱਢ ਕੇ ਆਪਣਾ ਜਿਹੜਾ ਯੋਗਦਾਨ ਹੈ ਕੌਮੀ ਕਾਰਜਾਂ ਵਿੱਚ ਪਾਈਏ। ਕੌਮ ਦੀ ਆਜ਼ਾਦੀ ਲਈ ਕੰਮ ਕਰ ਰਹੀਆਂ ਜਿਹੜੀਆਂ ਜਥੇਬੰਦੀਆਂ ਦੇ ਹੱਥ ਜਿਹੜੇ ਨੇ ਉਹ ਮਜ਼ਬੂਤ ਕਰੀਏ। ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਪ੍ਰੀਤ ਇੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166619184। ਸੇਮ ਨੰਬਰ ਤੇ ਤੁਸੀਂ ਸਾਨੂੰ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ। ਇਸ ਵੀਕ ਦਾ ਵਿਊਅਰਸ ਅਸੀਂ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਤੁਸੀਂ ਬੜਾ ਹੀ ਚਾਵਾਂ ਤੇ ਖੁਸ਼ੀਆਂ ਨਾਲ ਗੁਜ਼ਾਰਿਆ ਹੋਏਗਾ। ਸੋ ਤੁਸੀਂ ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹੋ, ਜਿਉਂਦੇ ਰਹੋ, ਹੱਸਦੇ ਰਹੋ, ਵਸਦੇ ਰਹੋ ਤੇ TV 84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸੋ ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਪਾਕਿਸਤਾਨ ਤੇ ਭਾਰਤ ਜਿਹੜੀ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਜਿਹੜਾ ਉਹ ਮਨਾ ਰਹੇ ਹਨ ਔਰ ਜਦੋਂ ਕਿ ਸਿੱਖ ਕਸ਼ਮੀਰੀ ਨਾਗਾ ਕੌਮਾਂ ਜਿਹੜੀਆਂ ਨੇ ਭਾਰਤੀ ਨਕਸ਼ੇ ਵਿੱਚ ਕੈਦ ਆਪਣੀ 47 ਦੌਰ ਦੀ ਜਿਹੜੀ ਲੀਡਰਸ਼ਿਪ ਨੂੰ ਕੋਸ ਰਹੀਆਂ ਨੇ। ਸੋ 7 ਅਗਸਤ ਦਾ ਜਿਹੜਾ ਦਿਨ ਹੈ
ਉਹ ਇੱਕ ਐਸਾ ਦਿਨ ਹੋ ਨਿਬੜਿਆ ਜਦੋਂ ਕਿ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦੇ ਉਦਮ ਨਾਲ ਐਟਲਾਂਟਿਕ ਓਸ਼ਨ ਦੇ ਵਿਚਕਾਰ ਪਾਕਿਸਤਾਨ ਦੇ ਜਿਹੜੇ ਝੰਡੇ ਦੇ ਨਾਲ ਹੈ ਖਾਲਿਸਤਾਨ ਤੇ ਕਸ਼ਮੀਰ ਦੇ ਝੰਡੇ ਵੀ ਲਹਿਰਾਏ ਗਏ। ਸੋ ਇਹ ਇੱਕ ਯਾਦਗਾਰੀ ਵਿਊਅਰਸ ਪ੍ਰੋਗਰਾਮ ਹੋ ਨਿਬੜਿਆ। ਇਸ ਬਾਰੇ ਆਪਾਂ ਵੇਰਵੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਵੀਰ ਪ੍ਰੀਤਇੰਦਰ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਦੋਂ ਮੈਂ ਅਕਸਰ ਇਹ ਕਹਿੰਦਾ ਹਾਂ ਕਿ ਇੱਕ ਪਾਸੇ ਬਹੁਤ ਵੱਡੇ ਹਿੱਸੇ ਦੇ ਵਿੱਚ ਬੇਸ਼ੱਕ ਅਸੀਂ ਕੁੰਭਕਰਨੀ ਨੀਂਦ ਦੇਖਦੇ ਹਾਂ ਜੀ ਕਿ ਉਹ ਸੁੱਤੇ ਹੋਏ ਨੇ, ਉਹਨਾਂ ਨੂੰ ਕੋਈ ਅਹਿਸਾਸ ਨਹੀਂ ਹੈ ਕਿ ਗੁਲਾਮੀ ਦੇ ਸੰਗਲ ਕੱਟਣਾ ਹੀ ਸਾਡੇ ਸਾਰੇ ਮਸਲਿਆਂ ਦਾ ਹੱਲ ਹੈ। ਦੂਸਰੇ ਪਾਸੇ ਸਾਡੇ ਉਹ ਵੀਰ ਭੈਣਾਂ ਵੀ ਨੇ ਜਿਹੜੇ ਬੇਸ਼ੱਕ ਕੋਈ ਲਾਈਮਲਾਈਟ 'ਚ ਨਹੀਂ ਆਉਂਦੇ, ਅੱਗੇ ਆ ਕੇ ਉਹਨਾਂ ਨੂੰ ਫੋਟੋਆਂ ਖਿਚਾਉਣ ਦਾ ਚਾਅ ਨਹੀਂ ਹੁੰਦਾ, ਪਰ ਬਤੌਰੇ ਸਿੱਖ ਉਹ ਮਹਿਸੂਸ ਕਰਦੇ ਨੇ ਕਿ ਕੌਮ ਦੀ ਆਜ਼ਾਦੀ ਲਈ ਕੁਛ ਨਾ ਕੁਛ ਕਰਨਾ ਬਣਦਾ ਹੈ। ਔਰ ਵੀਰ ਪ੍ਰੀਤਇੰਦਰ ਸਿੰਘ ਉਹਨਾਂ ਵੀਰਾਂ 'ਚੋਂ ਨੇ। ਹਾਲਾਂ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੇ ਸਿਰਫ ਗੁੰਮਨਾਮ ਰਹਿ ਕੇ ਸੇਵਾ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਅਸੀਂ ਰੈਕਗਨਾਈਜ਼ ਵੀ ਕਰਦੇ ਹਾਂ। ਉਹਨਾਂ ਦੀ ਗੁਮਨਾਮੀ ਸਤਿਗੁਰੂ ਦੇ ਦਰਬਾਰ 'ਚ ਤਾਂ ਕਬੂਲ ਹੈ, ਕਿਉਂਕਿ ਅਸੀਂ ਜਦੋਂ ਇਹ ਪੜ੍ਹਦੇ ਹਾਂ ਕਿ ਵਿਣ ਬੋਲਿਆ ਸਭ ਕਿਛ ਜਾਣਦਾ, ਕਿਸ ਆਗੈ ਕੀਚੇ ਅਰਦਾਸ। ਮਤਲਬ ਇਹ ਹੈ ਕਿ ਬਹੁਤ ਵਾਰੀ ਅਸੀਂ ਆਪਣੀ ਲੋੜਾਂ ਦੀ ਵੱਡੀ ਫਰਿਸਤ ਰੱਬ ਦੇ ਅੱਗੇ ਰੱਖਦੇ ਹਾਂ, ਵਾਹਿਗੁਰੂ ਦੇ ਅੱਗੇ ਰੱਖਦੇ ਹਾਂ, ਪਰ ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਭਾਈ ਜਦੋਂ ਤੁਸੀਂ ਉਸ ਦੇ ਹੋ ਜਾਂਦੇ ਹੋ, ਉਹਨੂੰ ਬੋਲ ਕੇ ਦੱਸਣ ਦੀ ਵੀ ਲੋੜ ਨਹੀਂ ਹੁੰਦੀ। ਅੱਖਰ ਤਾਂ ਅਸੀਂ ਆਪਣੀ ਜ਼ਬਾਨ ਨਾਲ ਘੜਦੇ ਆ ਉਹਨਾਂ ਨੂੰ ਕਹਿਣ ਦੇ ਲਈ, ਵੀ ਉਹਦੀ ਵੀ ਲੋੜ ਨਹੀਂ ਹੁੰਦੀ। ਉਹ ਸਾਰੀਆਂ ਨੂੰ ਜਾਣਦਾ ਹੈ, ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਪਰ ਫਿਰ ਵੀ ਮੈਂ ਇਹ ਮਹਿਸੂਸ ਕਰਦਾ ਕਿ ਜਿਹੜੇ ਵੀਰ ਜਿਹੜੇ ਇਸ ਪਾਸੇ ਉਦਮ ਕਰਦੇ ਨੇ ਉਹਨਾਂ ਦੀ ਰੈਕਗਨੀਸ਼ਨ ਹੋਏ। ਵੀਰ ਪ੍ਰੀਤਇੰਦਰ ਸਿੰਘ ਅਕਸਰ ਗੁਰਦੁਆਰਾ ਸੰਤ ਸਾਗਰ ਜਦੋਂ ਵੀ ਸਾਡਾ ਜਾਣ ਹੁੰਦਾ ਉਦੋਂ ਵੀ ਉਹਨਾਂ ਦੇ ਦੀਦਾਰ ਹੁੰਦੇ ਨੇ। ਔਰ ਅਕਸਰ ਜਦੋਂ ਕਿ ਵੱਡੇ ਨਗਰ ਕੀਰਤਨ ਜਾਂ ਕੋਈ ਪ੍ਰੋਟੈਸਟ, ਔਰ ਗੁਰਦੁਆਰਾ ਸੰਤ ਸਾਗਰ ਬਾਬਾ ਸੱਜਣ ਸਿੰਘ ਹਮੇਸ਼ਾ ਹੀ ਪੰਥਕ ਮੁੱਦਿਆਂ ਦੇ ਉੱਤੇ ਅੱਗੇ ਪਾਰਟਿਸਿਪੇਟ ਕਰਦੇ ਨੇ, ਉੱਥੇ ਵੀ ਉਹਨਾਂ ਦੇ ਦੀਦਾਰ ਹੁੰਦੇ ਨੇ ਵੀਰ ਪ੍ਰੀਤਇੰਦਰ ਸਿੰਘ ਹੋਰਾਂ ਦੇ। ਔਰ ਅਸੀਂ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਗੱਲ ਯੌਮੇ ਆਜ਼ਾਦੀ, ਜਸ਼ਨ ਆਜ਼ਾਦੀ, ਸੁਤੰਤਰਤਾ ਦਿਵਸ, ਇੰਡੀਪੈਂਡੈਂਸ ਦਿਵਸ, ਆਜ਼ਾਦੀ ਦਿਵਸ। ਹੁਣ ਇਹਦੇ 'ਚ ਜੇ ਪਹਿਲਾਂ ਭਾਰਤ ਤੋਂ ਗੱਲ ਸ਼ੁਰੂ ਕਰੀਏ ਤੇ ਨਰਿੰਦਰ ਮੋਦੀ, ਅਮਿਤ ਸ਼ਾਹ ਦੀ ਗੁੰਡਿਆਂ ਕਾਤਲਾਂ ਦੀ ਟੀਮ ਇਸ ਸਾਰੇ ਵਰ੍ਹੇ ਨੂੰ 75ਵੀਂ ਜਿਹੜੀ ਹੈ ਇੰਡੀਅਨ ਇੰਡੀਪੈਂਡੈਂਸ ਡੇ ਦੀ ਸੈਲੀਬ੍ਰੇਸ਼ਨ ਦੇ ਨਾਲ ਕਈ ਕੁਝ ਡਰਾਮੇਬਾਜ਼ੀਆਂ ਕਰ ਰਹੇ ਨੇ। ਹਾਲਾਂ ਇਹ ਵੀ ਕਈਆਂ ਦੇ ਲਈ ਇਹ 74 ਸਾਲ ਬਣਦੇ ਨੇ, ਕਿਸੇ ਲਈ 75 ਬਣਦੇ ਨੇ। ਗੱਲ ਤਾਂ ਇਹ ਹੈ ਵੀ ਜੇ ਤੁਸੀਂ ਜਿਸ ਦਿਨ ਆਜ਼ਾਦੀ ਹੁੰਦੀ ਆ ਉਹਨੂੰ ਪਹਿਲਾ ਦਿਨ ਮੰਨ ਲਓ ਤੇ ਫਿਰ ਜਿਹੜਾ ਉਹ 75ਵਾਂ ਬਣ ਜਾਂਦਾ, ਨਾ ਵੀ ਹੋਏ। ਉਹ ਥੋੜਾ ਬਹੁਤ ਦੇਸੀਆਂ ਦਾ ਤੇ ਅਮਰੀਕਨ ਕਾਊਂਟਿੰਗ ਸਿਸਟਮ 'ਚ ਫਰਕ ਹੁੰਦਾ ਹੈ। ਐਂਡ ਆਫ ਦਾ ਈਅਰ ਤੋਂ ਕਈ ਜਿਹੜਾ ਉਹ ਸ਼ੁਰੂ ਕਰਦੇ ਨੇ, ਪਰ ਗੱਲ ਸਾਡੇ ਲਈ ਇਹ ਮੈਟਰ ਨਹੀਂ ਕਰਦਾ ਕਿ ਜਦੋਂ ਪਹਿਲੀ ਵਰ੍ਹੇਗੰਢ ਸੀ ਆਜ਼ਾਦੀ ਦੀ, ਉਦੋਂ ਸਿੱਖਾਂ, ਕਸ਼ਮੀਰੀਆਂ, ਨਾਗਿਆਂ ਜਾਂ ਬਾਕੀ ਜਿਹੜੀਆਂ ਅਕਲੀਅਤਾਂ ਦੇ ਨਾਲ ਕੀ ਵਰਤਾਰਾ ਸ਼ੁਰੂ ਹੋਇਆ, ਤੇ ਅੱਜ 74 ਜਾਂ 75 ਸਾਲ ਬਾਅਦ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਅਸੀਂ ਕਿੱਥੇ ਆ ਕੇ ਖੜੇ। ਸੋ ਗੱਲ ਇਹ ਹੈ ਕਿ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਅੰਗਰੇਜ਼ ਜਿਹੜਾ ਕਿ ਦੂਸਰੇ ਸੰਸਾਰ ਯੁੱਧ ਦੇ ਦੌਰਾਨ ਇੰਨਾ ਕਰਜ਼ਾਈ ਹੋ ਗਿਆ, ਇਹ ਬੇਸ਼ੱਕ ਵੱਡੀਆਂ ਬਸਤੀਆਂ, ਕਾਲੋਨੀਜ਼ ਇਹਨਾਂ ਕੋਲ ਸੀ, ਪਰ ਇਹ ਇੰਨੇ ਕੁ ਕਰਜ਼ਾਈ ਹੋਏ ਕਿ ਇਹਨਾਂ ਨੇ ਦੇਖਿਆ ਕਿ ਹੁਣ ਅਸੀਂ ਹੋਲਡ ਨਹੀਂ ਕਰ ਸਕਦੇ ਜ਼ਿਆਦਾ ਦੇਰ। ਔਰ ਅਗਲੇ 10 ਸਾਲਾਂ 'ਚ ਅਸੀਂ 1945 ਦੇ ਵਿੱਚ ਸੈਕੰਡ ਵਰਲਡ ਵਾਰ ਖਤਮ ਹੁੰਦਾ ਹੈ, ਤੇ ਅਗਲੇ 10-12 ਸਾਲਾਂ 'ਚ ਅਸੀਂ ਦੇਖਦੇ ਹਾਂ ਕਿ 60 ਤੋਂ ਜ਼ਿਆਦਾ ਮੁਲਕ ਜਿਹੜੇ ਨੇ ਉਹ ਬ੍ਰਿਟਿਸ਼ ਦੇ ਥੱਲੇ ਜਿਹੜੀਆਂ ਕਾਲੋਨੀ ਸੀ ਉਹ ਉਹਨਾਂ ਨੂੰ ਛੱਡਦੇ ਨੇ। ਸੋ ਭਾਰਤ ਨੂੰ 15 ਅਗਸਤ 1947 ਬੇਸ਼ੱਕ ਭਾਰਤ ਵਾਲੇ ਕਹਿੰਦੇ ਨੇ, ਇੱਧਰ ਅਸੀਂ 14 ਅਗਸਤ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਕਿਉਂਕਿ ਪਾਕਿਸਤਾਨ ਨੇ ਜਿਹੜਾ ਇੱਕ ਦਿਨ ਪਹਿਲਾਂ ਆਪਣੀ ਆਜ਼ਾਦੀ ਨੂੰ ਜਿਹੜਾ ਹੈ ਉਹ ਡਿਕਲੇਅਰ ਕੀਤਾ। ਔਰ ਇਸ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਇੱਕ ਅੰਗਰੇਜ਼ਾਂ ਨੇ ਇਨ ਹੇਸਟ ਜੋ ਫੈਸਲਾ ਕੀਤਾ, ਖਾਸ ਤੌਰ ਤੇ ਕੋਈ ਪੀਸਫੁਲ ਟਰਾਂਸਫਰ ਆਫ ਮਾਈਗ੍ਰੇਸ਼ਨ ਜਿਹੜੀ ਹੈ ਜਾਂ ਪਾਪੂਲੇਸ਼ਨ ਪੀਸਫੁਲ ਟਰਾਂਸਫਰ, ਜੇ ਉਹ ਹੁੰਦੀ, ਅੰਗਰੇਜ਼ ਆਪਣੀ ਜ਼ਿੰਮੇਵਾਰੀ ਸਮਝਦੇ
ਤੇ ਫਿਰ ਜਿੰਨਾ ਖੂਨ ਖਰਾਬਾ ਜਿਹਦੇ ਚ ਮਿਲੀਅਨ ਤੋਂ ਜ਼ਿਆਦਾ ਲੋਕ ਮਾਰੇ ਗਏ, 15 ਜਾਂ 20 ਮਿਲੀਅਨ 1.5-2 ਕਰੋੜ ਜਿਹੜੇ ਨੇ ਬੇਘਰੇ ਹੋਏ, ਔਰ ਕਿਵੇਂ ਸਾਰੀ ਸੁਸਾਇਟੀ ਦਾ ਫੈਬਰਿਕ, ਸੋਸ਼ਲ ਸੁਸਾਇਟੀ ਦਾ ਜਿਹੜਾ ਸਦੀਆਂ ਤੋਂ ਇੱਕ ਦੂਸਰੇ ਦੇ ਨਾਲ, ਖਾਸ ਤੌਰ ਤੇ ਜੇ ਅਸੀਂ ਦੋਵਾਂ ਪੰਜਾਬਾਂ ਦੇ ਹਵਾਲੇ ਨਾਲ ਗੱਲ ਕਰੀਏ ਕਿ ਕਿਵੇਂ ਖੂਨ ਦੀਆਂ ਨਦੀਆਂ ਵੀ ਵਗਦੀਆਂ ਨੇ, ਵਿਸ਼ਵਾਸ ਵੀ ਟੁੱਟਦੇ ਨੇ, ਔਰ ਜਦੋਂ ਅਸੀਂ ਅੰਮ੍ਰਿਤਾ ਪ੍ਰੀਤਮ ਦੇ ਲਫ਼ਜ਼ ਵੱਲ ਧਿਆਨ ਦਿੰਦੇ ਕਿ ਭਾਈ ਕਿਵੇਂ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ, ਇਹ ਦੋਨੋਂ ਪਾਸਿਆਂ ਦੀ, ਦੋਨੋਂ ਪੰਜਾਬਾਂ ਦੀ ਕਹਾਣੀ ਵੀ ਹੈ, ਔਰ ਇਹ ਸਾਡੀ ਨਾਅਹਿਲ ਲੀਡਰਸ਼ਿਪ ਸਿੱਖ ਕੌਮ ਦੇ ਹਵਾਲੇ ਨਾਲ ਉਸ ਦੀ ਦਾਸਤਾਨ ਵੀ ਬਣ ਜਾਂਦੀ ਹੈ। ਕਿਉਂਕਿ ਜਦੋਂ ਵੀ ਅਸੀਂ ਉਹਨਾਂ ਪਲਾਂ ਨੂੰ ਯਾਦ ਕਰਦੇ ਹਾਂ ਜਾਂ ਕਰਦੇ ਰਵਾਂਗੇ, ਸਾਨੂੰ ਇਹ ਜ਼ਰੂਰ ਨਜ਼ਰ ਆਏਗਾ ਕਿ ਜੇ ਸਿੱਖ ਕੌਮ ਦੀ ਲੀਡਰਸ਼ਿਪ ਉਸ ਵੇਲੇ ਸਮੇਂ ਦੇ ਹਾਣ ਦੀ ਹੁੰਦੀ, 15 ਅਗਸਤ 1947 ਨੂੰ ਜਿੱਥੇ ਹਿੰਦੂਆਂ ਨੇ ਸੈਕੂਲਰਿਜ਼ਮ ਦੇ ਇੱਕ ਲਬਾਦੇ ਦੇ ਥੱਲੇ ਭਾਰਤ ਨਾਂ ਦਾ ਦੇਸ਼, ਜਿਹੜਾ ਕਦੇ ਇਤਿਹਾਸ 'ਚ ਕਦੇ ਕੰਟਰੀ ਨਹੀਂ ਸੀ, ਕਦੇ ਕੋਈ ਉਹਦੀ ਟੈਰੀਟੋਰੀਅਲ ਕੰਟੀਨਿਊਟੀ ਨਹੀਂ ਸੀ, ਉਹ ਹਾਸਲ ਕੀਤਾ। ਔਰ ਸਬ ਕੰਟੀਨੈਂਟ ਦੇ ਮੁਸਲਮਾਨਾਂ ਨੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਕਿਆਦਤ ਥੱਲੇ ਪਾਕਿਸਤਾਨ ਮੁਲਕ ਹਾਸਲ ਕੀਤਾ, ਜਿਹੜਾ ਜ਼ਾਹਰਾ ਤੌਰ ਤੇ ਇੱਕ ਵੱਡੀ ਪ੍ਰਾਪਤੀ ਸੀ, ਔਰ ਇਹ ਇੱਕ ਉਹਨਾਂ ਦੀ ਸਟੇਟਸਮੈਨ ਲਾਈਕ ਵਿਜ਼ਨ ਵੀ ਸੀ ਕਿ ਜਿਹਦੇ 'ਚ ਉਹਨਾਂ ਨੇ ਦੇਖ ਲਿਆ। ਔਰ ਮੈਂ ਕੱਲ੍ਹ ਹੀ ਇੱਕ TCM ਸੀਰੀਜ਼ ਹੁੰਦੀ ਹੈ, ਉਹਦੇ 'ਚ ਇੱਕ ਆਲਾ ਪਾਕਿਸਤਾਨੀ ਆਫਿਸਰ ਜਿਹੜੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਪੜ੍ਹਦੇ ਸੀ 1930s ਦੇ ਵਿੱਚ, ਉਹਨਾਂ ਦਾ ਮੈਂ ਬਰੀਫ ਇੰਟਰਵਿਊ ਦੇਖ ਰਿਹਾ ਸੀ, ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਠੀਕ ਹੈ ਵੀ ਉਸ ਵੇਲੇ ਵੱਡੀ ਗਿਣਤੀ 'ਚ ਜਿਹੜੇ ਬਰੇ ਸਗੀਰ ਦੇ ਮੁਸਲਮਾਨ ਨੇ, ਉਹਨਾਂ ਨੂੰ ਸਮਝ ਵੀ ਨਹੀਂ ਸੀ ਕਿ ਵੀ ਕੀ ਹੈ, ਜਾਂ ਇਸ ਤਰ੍ਹਾਂ ਵੀ ਕਦੇ ਹੋਇਆ ਕਿ ਲੋਕ ਇੱਕ ਦੂਸਰੇ ਤੋਂ ਅਲੱਗ ਹੁੰਦੇ ਨੇ। ਪਰ ਉਹ ਇਹ ਕਹਿ ਰਹੇ ਸੀ ਕਿ ਉਹ ਸਾਲ 'ਚ 2 ਵਾਰ ਘੱਟੋ ਘੱਟ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਆਉਂਦੇ ਸੀ, ਔਰ ਮੈਂ ਵੀ ਉੱਥੇ ਸਟੂਡੈਂਟ ਸੀ। ਉੱਥੇ ਉਹਨਾਂ ਨੇ ਕਹਿਣਾ ਕਿ ਇਹ ਜਦੋਂ ਅੰਗਰੇਜ਼ ਚਲੇ ਗਏ, ਸਾਡੇ ਨਾਲ ਬਹੁਤ ਮਾੜਾ ਸਲੂਕ ਹੋਏਗਾ, ਬਰੇ ਸਗੀਰ 'ਚ ਹਿੰਦੂ ਮੈਜੋਰਿਟੀ ਸਾਨੂੰ ਜਿਹੜੀ ਆ ਉਹ ਬਿਲਕੁਲ ਟੋਲਰੇਟ ਨਹੀਂ ਕਰੇਗੀ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਦੋਂ 1935 ਦੇ ਵਿੱਚ ਪ੍ਰੋਵਿੰਸ਼ੀਅਲ ਇਲੈਕਸ਼ਨਸ ਹੁੰਦੀਆਂ ਨੇ ਸੂਬਿਆਂ ਦੀਆਂ, ਜ਼ਾਹਰ ਹੈ UP CP ਇਹਨਾਂ ਸਟੇਟਾਂ 'ਚ ਕਾਂਗਰਸ ਦੀ ਹਕੂਮਤ ਬਣਦੀ ਹੈ, ਔਰ ਉਦੋਂ ਜੋ ਉਹਨਾਂ ਨੇ ਜਿਸ ਕਿਸਮ ਦੇ ਕਾਨੂੰਨ ਲਿਆਂਦੇ, ਜਿਸ ਕਿਸਮ ਦਾ ਵਰਤਾਰਾ ਮੁਸਲਮਾਨਾਂ ਦੇ ਨਾਲ ਸ਼ੁਰੂ ਹੋਇਆ, ਉਹਨਾਂ ਨੇ ਕਿਹਾ ਇਹ ਫਰਦਰ ਇਸ ਗੱਲ ਦਾ ਉਹਨਾਂ ਨੇ ਸਬੂਤ ਦੇ ਤੌਰ ਤੇ ਦਿੱਤਾ ਕਿ ਅਜੇ ਅੰਗਰੇਜ਼ ਇੱਥੇ ਬੈਠੇ ਹੋਏ ਨੇ ਔਰ ਇਹ ਹੋ ਰਿਹਾ, ਜਦੋਂ ਇਹ ਚਲੇ ਗਏ ਤੁਹਾਡੇ ਨਾਲ ਕੀ ਸਲੂਕ ਕਰਨਗੇ। ਸੋ ਉਹਨਾਂ ਨੇ ਕਿਹਾ ਕਿ ਭਾਈ ਫਿਰ ਮੇਰੇ ਤੇ ਵੀ ਠੱਪਾ ਲੱਗ ਗਿਆ, ਕਿਉਂਕਿ ਮੈਨੂੰ ਵੀ ਸਮਝ ਆ ਗਈ। ਸੋ ਗੱਲ ਵਿਜ਼ਨ ਦੀ ਹੁੰਦੀ ਹੈ। ਸਿੱਖ ਕੌਮ ਜਿਸ ਨੂੰ ਜਦੋਂ ਅਸੀਂ 98 ਸਾਲਾਂ ਦੀ ਅੰਗਰੇਜ਼ਾਂ ਦੀ ਉਸ ਗੁਲਾਮੀ ਦੀ ਗੱਲ ਕਰਦੇ ਹਾਂ ਪੰਜਾਬ 'ਚ 1849 ਤੋਂ 1947 ਤੱਕ, ਅੱਜ ਵੀ ਅਸੀਂ ਇੱਕ ਲੰਬੀ ਲਿਸਟ ਸੁਣਾਉਂਦੇ ਹਾਂ ਕਿ ਭਾਈ ਅਸੀਂ ਕਿੰਨੇ ਫਾਂਸੀਆਂ ਤੇ ਚੜੇ, ਕਿੰਨੇ ਕਾਲੇ ਪਾਣੀ ਗਏ, ਕਿੰਨਿਆਂ ਨੇ ਜੇਲਾਂ ਕੱਟੀਆਂ। ਉਹ ਤੇ ਮੈਂ ਪਿਆਰਾ ਸਿੰਘ ਨਿਰਛਲ ਦੀਆਂ 2 ਲਾਈਨਾਂ ਦੇ ਵਿੱਚ ਮੈਂ ਸਮਝਦਾ ਵੀ ਉਸ ਤੋਂ ਵਧੀਆ ਗੱਲ ਕੋਈ ਕਹਿ ਨਹੀਂ ਸਕਦਾ ਕਿ ਭਾਈ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਨਾਉਣ ਦੇ ਯਾਰ ਹੀ ਰਹੇ। ਹੁਣ ਕੁਰਬਾਨੀਆਂ ਦੀ ਫਰਿਸ਼ਤ ਸੁਣਾਣੀ ਤਾਂ ਉਹ ਧੌਣ ਭਨਾਉਣ ਦੀ ਕਹਾਣੀ ਸੁਣਾਣੀ ਹੈ ਕਿ ਵੀ ਅਸੀਂ ਇੰਨਾ ਕੁਝ ਕਰਕੇ ਵੀ ਧੌਣ ਬਣਾਈ ਤੇ ਭਾਨੇ ਸ਼ਾਹ ਜਿਹੜਾ ਉਹ ਮੁਲਕ ਸਾਂਭ ਕੇ ਬਹਿ ਗਿਆ, ਔਰ ਅਸੀਂ ਦੂਸਰੇ ਦਰਜੇ ਦੇ ਸਿਟੀਜ਼ਨ ਹੋ ਕੇ ਕ੍ਰਿਮੀਨਲ ਟ੍ਰਾਈਬ ਦਾ ਜਿਹੜਾ ਪਹਿਲਾ ਸਰਕੂਲਰ ਹੈ 10 ਅਕਤੂਬਰ 1947 ਨੂੰ ਉਹ ਜਾਰੀ ਕਰ ਦਿੱਤਾ ਜਾਂਦਾ। ਹੁਣ ਜ਼ਾਹਰਾ ਤੌਰ ਤੇ ਭਾਰਤ ਔਰ ਉਹ ਜਿਨ੍ਹਾਂ ਨੇ ਅੱਜ ਹਿੰਦੂਤਵਾਦ ਦਾ ਝੰਡਾ ਚੁੱਕਿਆ ਹੋਇਆ, ਔਰ ਇਸ ਗੱਲ ਦੇ ਉੱਤੇ ਵੀ ਉਹ ਤਾਂ ਹੁਣ ਜਿਹੜਾ ਐਵੇਂ ਨਾਮ ਨਿਹਾਦ ਜਿਹਾ ਸੈਕੂਲਰਿਜ਼ਮ ਦਾ ਲੇਬਲ ਲਾਇਆ ਹੋਇਆ, ਉਹਨੂੰ ਲਾ ਕੇ ਵੀ ਉਹ ਭਗਵਾ ਰੰਗ ਕਰਨਾ ਚਾਹੁੰਦੇ ਨੇ, ਤਿਰੰਗਾ ਵੀ ਹਟਾਉਣਾ ਚਾਹੁੰਦੇ ਨੇ ਕਿ ਭਾਈ ਇਹਦੇ 'ਚ ਕੱਲ੍ਹ ਨੂੰ ਜਦੋਂ ਕੋਈ ਕਹਿੰਦਾ ਹੈ ਜੀ ਇਹ ਹਰਾ ਰੰਗ ਫਲਾਣੇ ਦਾ ਤੇ ਚਿੱਟਾ ਫਲਾਣੇ ਦਾ, ਤਾਂ ਉਹਨਾਂ ਨੂੰ ਲੱਗਦਾ ਵੀ ਇੱਕੋ ਹੀ ਰੰਗ ਭਗਵਾ ਜਿਹੜਾ ਮੰਦਰਾਂ ਦੇ ਉੱਤੇ ਹਿੰਦੂਆਂ ਦਾ ਮੁਲਕ ਹੈ। ਪਰ ਇਸੇ ਤਰ੍ਹਾਂ ਉਹ ਤਾਂ ਜੋ ਵਰਤਾਰਾ ਕਰ ਰਹੇ ਨੇ, ਈਵਨ ਕੱਲ੍ਹ ਇੱਕ ਖਬਰ ਜਿਹੜੀ ਕਿ ਕਿਵੇਂ ਜੰਤਰ ਮੰਤਰ ਰੋਡ ਦੇ ਉੱਤੇ ਇੱਕ ਹਿੰਦੂ ਆਰਗੇਨਾਈਜੇਸ਼ਨ ਜਿਹੜੀ RSS ਦੀ ਆਊਟਫਿਟ ਹੈ, ਉਹਨਾਂ ਨੇ ਉੱਥੇ ਆ ਕੇ ਹਜ਼ਾਰਾਂ ਦੀ ਗਿਣਤੀ 'ਚ ਮੁਸਲਮਾਨ ਵਿਰੋਧੀ ਨਾਅਰੇ ਲਾਏ ਕਿ ਭਾਈ ਇਹਨਾਂ ਨੂੰ ਕੱਟ ਕੇ ਸੁੱਟੋ, ਮਾਰ ਕੇ ਸੁੱਟੋ, ਔਰ ਇਹ ਦੇਸ਼ ਸਾਡਾ, ਇਹਨਾਂ ਨੂੰ ਖਤਮ ਕਰੋ। ਔਰ ਨਾ ਉੱਥੇ ਪੁਲਿਸ ਨਜ਼ਰ ਆਈ, ਨਾ ਕੋਈ ਕੇਸ। ਜਦੋਂ ਜ਼ੋਰ ਪਿਆ, ਉਹਦੀਆਂ ਵੀਡੀਓ ਸਾਹਮਣੇ ਆਈਆਂ ਤੇ ਉਹਨਾਂ ਨੇ ਕਿਹਾ ਜੀ ਅਣਪਛਾਤੇ ਲੋਕਾਂ ਦੇ ਖਿਲਾਫ ਕੇਸ ਰਜਿਸਟਰ ਕਰ ਲਿਆ ਗਿਆ। ਹਾਲਾਂਕਿ ਇੱਕ ਨਿਊਜ਼ ਲਾਂਡਰੀ ਨਾਂ ਦਾ ਵੈਬਸਾਈਟ ਹੈ, ਉਹਨਾਂ ਦੀ
ਇੱਕ ਬੀਬੀ ਨੇ, ਉਹ ਸਾਰੇ ਜਿੰਨੇ ਬੰਦੇ ਸੀ ਉਹਨਾਂ ਦੇ ਲੀਡਰ, ਉਹਨਾਂ ਦੇ ਨਾਲ ਇੰਟਰਵਿਊ ਕਰਕੇ ਉਹਨਾਂ ਦੀ ਰੈਕਗਨੀਸ਼ਨ ਹੈ। ਸੋ ਮਤਲਬ ਇਹ ਹੈ ਕਿ ਅੱਜ ਜਿਹੜਾ 200 ਮਿਲੀਅਨ ਮੁਸਲਮਾਨ ਭਾਰਤ ਦੇ ਨਕਸ਼ੇ ਦੇ ਵਿੱਚ ਕੈਦ ਹੈ, ਉਹਨੂੰ ਵੀ ਇਹ ਗੱਲ ਸਮਝ ਆ ਰਹੀ ਹੈ ਕਿ ਭਾਈ ਅਸੀਂ ਕਿਵੇਂ ਉਸ ਪੀਰੀਅਡ ਦੇ ਵਿੱਚ ਜਿਹੜੇ ਨੈਸ਼ਨਲਿਸਟ ਕਿਸਮ ਦੇ ਮੁਸਲਮਾਨ ਲੀਡਰ ਉਸ ਵੇਲੇ ਮੌਲਾਨਾ ਅਬੁਲ ਕਲਾਮ ਆਜ਼ਾਦ ਔਰ ਉਸ ਦੀ ਨਸਲ ਦੇ ਦੂਸਰੇ ਲੋਕ ਸੀ, ਅਸੀਂ ਉਹਨਾਂ ਦੇ ਪਿੱਛੇ ਲੱਗੇ ਔਰ ਉਸ ਮੂਵਮੈਂਟ ਨੂੰ ਜਿਹੜੇ ਨੇ ਰਿਪੈਂਟ ਕਰ ਰਹੇ ਨੇ। ਉੱਥੇ ਸਾਡੇ ਲਈ ਤਾਂ ਉਹੀ ਹੈ, ਜਿਵੇਂ ਸਰ ਕਪੂਰ ਸਿੰਘ ਜਦੋਂ ਉਸ ਦੌਰ ਦੀ ਗੱਲ ਕਰਦੇ ਨੇ ਤੇ ਉਹ ਕਹਿੰਦੇ ਨੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਇਸ ਕੋਟ ਨੂੰ ਜਿਹੜਾ ਉਹਨਾਂ ਨੇ ਆਪਣੀ ਜਿਹੜੀ ਉਹਨਾਂ ਦੀ ਆਟੋਬਾਇਓਗ੍ਰਾਫੀ ਸਾਚੀ ਸਾਖੀ ਦੇ ਵਿੱਚ ਦਿੱਤਾ, ਜਿਹਦੇ 'ਚ ਕਿ ਕਾਇਦੇ ਆਜ਼ਮ ਨੇ ਸਰ ਸੋਭਾ ਸਿੰਘ ਨੂੰ ਇਹ ਲਫ਼ਜ਼ ਕਹੇ ਸੀ ਕਿ ਸਿੱਖਸ ਆਰ ਪੋਲੀਟੀਕਲੀ ਨਾਈਵ, they have seen Hindus as the co-slaves, but when they will see them as the rulers, they will see their true face, when Hindus will be the masters and Sikhs will be the slaves। ਕਿ ਸਿੱਖ ਸਿਆਸੀ ਤੌਰ ਤੇ ਅਨਾੜੀ ਨੇ, ਬਿਲਕੁਲ ਉਹਨਾਂ ਨੇ ਹਿੰਦੂਆਂ ਨੂੰ ਸਹਿ ਗੁਲਾਮ ਦੇ ਤੌਰ ਤੇ ਦੇਖਿਆ, ਪਰ ਜਦੋਂ ਉਹ ਉਹਨਾਂ ਨੂੰ ਹਾਕਮਾਂ ਦੇ ਤੌਰ ਤੇ ਦੇਖਣਗੇ ਤੇ ਸਿੱਖਾਂ ਨੂੰ ਸਮਝ ਆ ਜਾਏਗੀ ਕਿ ਕੌਣ ਹਾਕਮ ਹੈ ਤੇ ਕੌਣ ਗੁਲਾਮ ਹੈ। ਹੁਣ ਜ਼ਾਹਿਰ ਹੈ ਕਿ ਔਰ ਇਹਦੇ ਤੇ ਉਹਨਾਂ ਨੇ ਕਪੂਰ ਸਿੰਘ ਹੋਰਾਂ ਨੇ ਲਿਖਿਆ ਸੀ ਕਿ ਅੱਜ ਯਾਦ ਆਇਆ ਮੈਨੂੰ ਉਹ ਸੱਜਣ ਜਿਹਦੇ ਮਗਰ ਉਲਾਂਬੜਾ ਜਗਦਾ ਹੈ, ਕਿ ਭਾਈ ਉਹੀ ਗੱਲਾਂ। ਔਰ ਅਸੀਂ ਇਹ ਗੱਲ ਬਾਰ-ਬਾਰ ਇਸ ਲਈ ਕਰਦੇ ਹਾਂ ਤਾਂ ਕਿ ਸਾਡੀ ਜਨਰੇਸ਼ਨ ਵੀ ਜ਼ਿੰਦਗੀ ਦੀ ਸੜਕ ਦੇ ਅਸੀਂ ਅਖੀਰਲੇ ਐਗਜ਼ਿਟ ਦੇ ਨੇੜੇ ਤੇੜੇ ਹਾਂ, ਪਰ ਘੱਟੋ ਘੱਟ ਸਾਡੀ ਨੈਕਸਟ ਜਨਰੇਸ਼ਨ ਜਿਹੜੀ ਫਲੈਗ ਬੀਅਰਰ ਹੈ ਆਜ਼ਾਦੀ ਦੀ, ਬੇਸ਼ੱਕ ਸੰਘਰਸ਼ ਹੈ, ਸਟਰਗਲ ਹੈ, ਔਰ ਮੈਨੂੰ ਕਦੇ ਵੀ ਮੈਂ ਕੋਈ ਖਾਬਾਂ 'ਚ ਰਹਿਣ ਵਾਲਾ ਇਨਸਾਨ ਨਹੀਂ ਹੈ, ਪਰ ਮੈਂ ਇਹ ਸਮਝਦਾ ਕਿ ਜਦੋਂ ਤੁਸੀਂ ਜਿਹੜਾ ਖਾਬ ਦੇਖਦੇ ਹੋ, ਜੇ ਉਸ ਖਾਬ ਨੂੰ ਤੁਸੀਂ ਪੈਰ ਦਿਓ, ਖਾਬ ਤਾਂ ਤੁਹਾਡੇ ਜ਼ਿਹਨ 'ਚ ਉੱਭਰਦੇ ਨੇ ਜਾਂ ਅਸਮਾਨਾਂ 'ਚ ਹੁੰਦੇ ਨੇ, ਪਰ ਜੋ ਵੀ ਦੁਨੀਆ ਦੇ ਵਿੱਚ ਵਾਪਰਦਾ ਹੈ, ਜਦੋਂ ਤੁਸੀਂ ਉਹਨਾਂ ਖਾਬਾਂ ਦੀ ਜਿਹੜੀ ਹੈ ਉਹ ਪ੍ਰੈਕਟੀਕਲ ਤਾਮੀਰ ਕਰਦੇ ਹੋ ਤੇ ਕੁਝ ਵੀ ਜਿਹੜਾ ਔਰ ਖਾਸ ਤੌਰ ਤੇ ਜਦੋਂ ਤੁਹਾਡਾ ਕੇਸ ਸੱਚ ਹੱਕ ਇਨਸਾਫ ਤੇ ਮਬਨੀ ਹੋਏ, ਫਿਰ ਉਸ ਖਾਬ ਨੂੰ ਹਕੀਕਤ 'ਚ ਬਦਲਣ ਤੋਂ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ। ਔਰ ਇਸੇ ਪ੍ਰਥਾਏ ਇਹ ਕਿਹਾ ਕਿ ਯੂ ਵਿਲ ਇਟ ਯੂ ਵਿਨ ਇਟ। ਔਰ ਇਸੇ ਪ੍ਰਥਾਏ ਸਾਡੇ 10ਵੇਂ ਪਾਤਸ਼ਾਹ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਫਰਮਾਨ ਹੈ, ਨਿਸ਼ਚੈ ਕਰ ਆਪਣੀ ਜੀਤ ਕਰੋ, ਕਿ ਇਸ ਗੱਲ ਤੇ ਤੁਹਾਡਾ ਨਿਸ਼ਚਾ ਹੋਏ, ਵਿਸ਼ਵਾਸ ਹੋਏ, ਨਿਸ਼ਚਾ ਫੇਥ ਹੋਏ ਕਿ ਵੀ ਤੁਸੀਂ ਜਿੱਤਣਾ। ਔਰ ਮੈਂ ਸਮਝਦਾ ਕਿ ਬੇਸ਼ੱਕ ਇਹ ਸਫ਼ਰ ਜਿਹੜਾ 74-75 ਸਾਲ ਦਾ ਹੈ, ਇਹ ਦੁਸ਼ਵਾਰੀਆਂ ਵਾਲਾ, ਮੁਸੀਬਤਾਂ ਵਾਲਾ, ਮੁਸ਼ਕਲਾਂ ਵਾਲਾ, ਘੱਲੂਘਾਰਿਆਂ ਵਾਲਾ, ਇੱਕ ਤੋਂ ਬਾਅਦ ਇੱਕ ਜਿਹੜੀ ਹੈ ਵੈਲੀ ਆਫ ਡੈਥ 'ਚੋਂ ਗੁਜ਼ਰਨ ਵਾਲਾ। ਔਰ ਇਹ ਸਾਨੂੰ ਯਾਦ ਦਹਾਨੀ ਹੋਰ ਵੀ ਜ਼ਿਆਦਾ ਹੋਈ ਕਿ ਸਫ਼ਰ ਕਿਵੇਂ ਹਿਚਕੋਲਿਆਂ ਵਾਲੇ ਹੁੰਦੇ ਨੇ, ਜਦੋਂ ਕਿ ਬੀਤੇ 7 ਅਗਸਤ ਯਾਨੀ ਕਿ 2 ਦਿਨ ਪਹਿਲਾਂ ਸੈਚਰਡੇ, ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਐਟਲਾਂਟਿਕ ਓਸ਼ਨ, ਔਰ ਐਟਲਾਂਟਿਕ ਓਸ਼ਨ ਦਾ ਜ਼ਿਕਰ ਕਰਦੇ ਹਾਂ ਮੈਂ ਦੱਸਦੇ ਹਾਂ, ਵੈਸੇ ਤਾਂ ਅਸੀਂ ਜਦੋਂ ਸਕੂਲਾਂ 'ਚ ਪੜ੍ਹਦੇ ਹਾਂ ਉੱਥੋਂ ਇਹਦੀ ਗੱਲ ਦੀ ਸ਼ੁਰੂਆਤ ਹੁੰਦੀ ਹੈ ਕਿ ਧਰਤੀ ਦਾ 2 ਹਿੱਸਾ ਪਾਣੀ ਹੈ, ਇੱਕ ਹਿੱਸਾ ਸੁੱਕੀ ਧਰਤੀ ਹੈ। ਬਿਲਕੁਲ। ਤੇ ਸਮੁੰਦਰ ਕਿੰਨਾ ਵੱਡਾ ਹੋਏਗਾ, ਜਦੋਂ ਕਿ ਕੋਈ ਵੀ ਕਿਸੇ ਦੇ ਇਲਮ ਬਾਰੇ ਜਾਂ ਜਿਸ ਬੰਦੇ ਨੂੰ 4 ਗੱਲਾਂ ਵੱਧ ਪਤਾ ਹੁੰਦੀਆਂ ਨੇ ਕਹਿਣਗੇ ਕਿ ਜੀ ਉਹ ਤਾਂ ਗਿਆਨ ਦਾ ਸਮੁੰਦਰ ਹੈ। ਹਾਲਾਂ ਉਰਦੂ 'ਚ ਪਤਾ ਨਹੀਂ ਉਹਨਾਂ ਨੂੰ ਸਮੁੰਦਰ ਕਹਿੰਦੇ ਨੇ, ਪਰ ਸਾਡਾ ਸਮੁੰਦਰ ਹੀ ਹੈ, ਪੰਜਾਬੀ 'ਚ ਅਸੀਂ ਕਹਿੰਦੇ ਹਾਂ। ਕਹਿਣਗੇ ਜੀ ਉਹ ਤਾਂ ਜਿਹੜਾ ਓਸ਼ਨ ਆਫ ਨੌਲੇਜ ਕਿ ਭਾਈ ਉਸ ਤੋਂ ਇਹ ਲੱਗਦਾ ਕਿ ਵੀ ਸਮੁੰਦਰ ਤਾਂ ਬਹੁਤ ਵੱਡਾ ਹੁੰਦਾ। ਔਰ ਇਹ ਵੀ ਹੈ ਵੀ ਜਦੋਂ ਅਸੀਂ ਗੋਰਿਆਂ ਦੀ ਗੱਲ ਕਰਦੇ ਸੀ ਤੇ ਅਕਸਰ ਇਹ ਕਿਹਾ ਜਾਂਦਾ ਸੀ ਕਿ ਜੀ 7 ਸਮੁੰਦਰੋਂ ਪਾਰ ਆ ਕੇ ਫਰੰਗੀ ਨੇ ਜਿਹੜਾ ਉਹ ਕਬਜ਼ਾ ਕੀਤਾ। ਪਤਾ ਨਹੀਂ ਵਿੱਚ ਹੁਣ ਸਮੁੰਦਰ 7 ਬਣਦੇ ਨੇ ਕਿ ਜ਼ਿਆਦਾ ਬਣਦੇ ਨੇ ਇਹਦੇ 'ਚ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਤੋਂ 5-6 ਸਦੀਆਂ ਪਹਿਲਾਂ ਜਦੋਂ ਇਹ ਸੋਚਿਆ ਵੀ ਨਹੀਂ ਸੀ ਜਾ ਸਕਦਾ, ਪਤਾ ਵੀ ਨਹੀਂ ਸੀ ਕਿ ਦੁਨੀਆ ਜਿਹੜੀ ਹੈ ਸਮੁੰਦਰ ਦੇ ਪਾਰ ਵੀ ਕੋਈ ਦੁਨੀਆ, ਪਰ ਇਹ ਕੋਲੰਬਸ ਨੇ ਲੱਭ ਲਈ ਦੁਨੀਆ। ਜਦੋਂ ਕਿ 1492 ਦੇ ਵਿੱਚ ਲਗਭਗ ਅਸੀਂ 5 ਸਦੀਆਂ ਪਹਿਲਾਂ ਦੀ ਗੱਲ ਕਰ ਰਹੇ ਕਿ ਕਿਵੇਂ ਉਹ ਤੁਰਿਆ ਔਰ ਉਸ ਦੀ ਐਕਸਪੀਡੀਸ਼ਨ
ਸਪੇਨ ਦੀ ਰਾਣੀ ਨੇ ਫਾਈਨੈਂਸ ਕੀਤੀ। ਤੁਰਿਆ ਤਾਂ ਸੀ ਉਹ ਇੰਡੀਆ ਲੱਭਣ ਕਿ ਭਾਈ ਉਦੋਂ ਵੀ ਕੋਈ ਇੰਡੀਆ ਦੇ ਨਾਲ ਧਰਤੀ ਦਾ ਜਿਹੜਾ ਰਾਊਟ ਤਾਂ ਸੀ, ਜਿਹੜਾ ਅੱਜ ਵੀ ਜਦੋਂ ਅਸੀਂ ਜਿਹੜਾ ਪੰਜਾਬ ਇੱਧਰੋਂ ਭਾਰਤ, ਪੰਜਾਬ ਔਰ ਪਾਕਿਸਤਾਨ, ਅਫਗਾਨਿਸਤਾਨ, ਸੈਂਟਰਲ ਏਸ਼ੀਆ, ਟਰਕੀ ਤੇ ਜਾ ਕੇ ਯੂਰਪ ਦੇ ਨਾਲ ਲੱਗਦਾ। ਮਸਾਲੇ ਬਹੁਤ ਮਹਿੰਗੇ ਵਿਕਦੇ ਸੀ ਕਿਉਂਕਿ ਉਸ ਹਿਮਾਲਿਅਨ ਹਿਲਸ ਦੂਜੇ 'ਚ ਹੁੰਦੇ ਸੀ ਪਹਾੜਾਂ ਤੇ। ਔਰ ਉਹਨਾਂ ਨੇ ਦੇਖਿਆ ਵੀ ਗੱਲ ਤਾਂ ਵਪਾਰ ਦੀ ਸੀ। ਅੱਜ ਵੀ ਜਿਹੜੀ ਲੜਾਈ ਸੈਂਟਰਲ ਏਸ਼ੀਆ ਜਾਂ ਅਫਗਾਨਿਸਤਾਨ ਜਾਂ ਚੀਨ ਜਾਂ ਦੂਜਾ, ਗੱਲ ਤਾਂ ਵਪਾਰ ਦੀ ਹੈ, ਪੈਸੇ ਦੀ ਹੈ। ਉਹੀ ਮਨੀ 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 ਕਮ ਔਨ, ਨੋ ਮਨੀ ਨੋ ਹਨੀ ਅਮਰੀਕਨ ਕਹਿੰਦੇ ਨੇ, ਔਰ ਉਸੇ ਦੀ ਸੀ। ਸੋ ਉਹਨਾਂ ਹੀ ਐਕਸਪੀਡੀਸ਼ਨ ਨੂੰ ਕੀਤਾ ਕਿ ਵੀ ਜੇ ਸਮੁੰਦਰ ਰਾਹੀਂ ਇੰਡੀਆ ਦਾ ਰਸਤਾ ਲੱਭ ਜਾਏ ਤੇ ਜਿਹੜਾ ਉਹ ਸਸਤਾ ਹੋਏਗਾ, ਸੌਖਾ ਹੋਏਗਾ ਔਰ ਉਥੋਂ ਟ੍ਰੇਡ ਹੋਏਗਾ। ਪਰ ਉਹ ਲੱਭਦਾ ਤੁਰਿਆ ਕਿਤੇ ਸੀ। ਪਰ ਉਹ ਤਾਂ ਵੈਸੇ ਕਿਹਾ ਜਾਂਦਾ ਕਿ ਵੀ ਵਾਹ ਕਿਸਮਤ ਦੇ ਬਲੀਆ, ਰਿੱਧੀ ਖੀਰ ਤੇ ਬਣ ਗਿਆ ਦਲੀਆ। ਭਾਰਤ ਤਾਂ ਚਲੋ ਉਹ ਦਲੀਆ ਹੀ ਸੀ, ਇੱਥੇ ਤਾਂ ਖੀਰ ਮਿਲ ਗਈ। ਆ ਕੇ ਅਮਰੀਕਾ ਨੂੰ ਟੱਚ ਕੀਤਾ ਔਰ ਅਸੀਂ ਫਿਰ ਉਸ ਤੋਂ ਬਾਅਦ ਦੀ ਕਹਾਣੀ ਦੇਖਦੇ ਹਾਂ। ਪਰ ਇਸ ਸਾਰੀਆਂ ਟਰਮਸ ਦੇ ਵਿੱਚ ਦੋ ਟਰਮਸ ਲਿਟਰੇਚਰ ਦੇ ਵਿੱਚ ਵੀ ਆਈਆਂ। ਔਰ ਜਦੋਂ ਸੈਕੰਡ ਵਰਲਡ ਵਾਰ 'ਚ ਪਹਿਲੇ 2-2.5 ਸਾਲ ਅਮਰੀਕਾ ਨਿਊਟਰਲ ਸੀ, ਉਹ ਅੰਗਰੇਜ਼ਾਂ ਵੱਲ ਨਹੀਂ ਸੀ ਜੁਆਇਨ ਕਰ ਰਿਹਾ, ਨਾ ਜਰਮਨ ਦੇ ਨਾਲ ਸੀ। ਤੇ ਉਦੋਂ ਚਰਚਲ ਦੀ ਇੱਕ ਬੜੀ ਪਪੂਲਰ ਸਪੀਚ ਜਿਹੜੀ ਉਹਨੇ ਅਮਰੀਕਾ ਦੇ ਪ੍ਰੈਜ਼ੀਡੈਂਟ ਰੂਜ਼ਵੈਲਟ ਨੂੰ ਵੀ ਐਡਰੈਸ ਕੀਤੀ, ਅਮਰੀਕਨ ਲੋਕਾਂ ਨੂੰ ਵੀ ਤਰਲੇ ਕਰ ਰਿਹਾ ਸੀ ਆਓ। ਤਾਂ ਉਹਦੇ 'ਚ ਉਹਨੇ ਕਿਹਾ ਸੀ ਫਰਮ ਦਾ ਓਲਡ ਵਰਲਡ ਟੂ ਦਾ ਨਿਊ ਵਰਲਡ, ਕਿ ਵੀ ਅਸੀਂ ਤੁਹਾਨੂੰ ਪਹਿਲਾਂ ਦਾ ਇੱਕ ਤਾਂ ਉਹਨਾਂ ਨੂੰ ਯਾਦ ਕਰਾ ਰਿਹਾ ਸੀ ਕਿ ਤੁਹਾਡੀਆਂ ਜੜ੍ਹਾਂ ਵੀ ਇੱਥੋਂ ਹੀ ਨੇ, ਤੁਸੀਂ ਸਾਡੇ ਹੀ ਹੋ। ਇਹ ਠੀਕ ਹੈ ਵੀ ਅਸੀਂ ਤੁਹਾਡੇ ਨਾਲ ਧੱਕਾ ਕੀਤਾ, ਪਰ ਇਹ ਵੀ ਟਰਮ ਜਦੋਂ ਇਸ ਅਮਰੀਕਾਜ਼ ਦੇ ਹਵਾਲੇ ਨਾਲ ਗੱਲ ਹੁੰਦੀ ਹੈ, ਅਮਰੀਕਾਜ਼ ਇੱਕ ਤਾਂ ਨਾਰਥ ਅਮਰੀਕਾ ਹੈ ਜਿਹਦੇ 'ਚ ਅਮਰੀਕਾ, ਕੈਨੇਡਾ, ਮੈਕਸੀਕੋ ਹੈ। ਫਿਰ ਜਦੋਂ ਅਮਰੀਕਨਜ਼ ਕਿਹਾ ਜਾਂਦਾ ਉਹਦੇ 'ਚ ਸਾਊਥ ਅਮਰੀਕਾ, ਲੈਟਿਨ, ਕੈਰੀਬੀਅਨ, ਇਹ ਸਾਰੇ ਵੀ ਮੈਂਸ਼ਨ ਹੁੰਦੇ ਨੇ। ਸੋ ਇਸ ਵਰਲਡ ਨੂੰ ਜਿਹੜਾ ਕੋਲੰਬਸ ਨੇ ਲੱਭਿਆ, ਇਹਨੂੰ ਜਿਹੜਾ ਨਿਊ ਵਰਲਡ ਦੇ ਨਾਲ ਵੀ ਐਡਰੈਸ ਕੀਤਾ ਜਾਂਦਾ ਹੈ। ਕਿਉਂਕਿ ਮੈਂ ਇਸ ਦੀ ਇੱਕ ਬੈਕਗਰਾਉਂਡ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਇਵੈਂਟ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ, ਜਿਸ ਦੇ ਰੂਏ ਰਵਾਂ ਰਾਜਾ ਰਜ਼ਾਕ ਭੈਣ ਜੀ, ਬੀਬੀ ਫਰੀਦਾ ਖਾਨ ਔਰ ਉਹਨਾਂ ਦੀ ਸਾਰੀ ਟੀਮ ਹੈ, ਸਲੀਮ ਮਲਿਕ, ਜੇ ਉਹਨਾਂ ਨੂੰ ਯਾਦ ਨਾ ਕਰੀਏ ਤੇ ਅਸੀਂ ਇਨਸਾਫ ਨਹੀਂ ਕਰਾਂਗੇ ਕਿ ਕਿਵੇਂ ਇਸ ਆਰਗੇਨਾਈਜੇਸ਼ਨ ਨੇ ਪਿਛਲੇ 8-9 ਵਰ੍ਹਿਆਂ ਦੇ ਵਿੱਚ ਦੋਨਾਂ ਕੌਮਾਂ, ਸਿੱਖਾਂ ਔਰ ਮੁਸਲਮਾਨ ਕੌਮਾਂ ਦੀ ਕੁਰਬਤ ਦੇ ਵਿੱਚ ਕਿੰਨਾ ਵੱਡਾ ਰੋਲ ਅਦਾ ਕੀਤਾ ਔਰ ਉਸ ਦੇ ਨਾਲ ਨਾਲ ਖਾਲਿਸਤਾਨ ਦੀ ਤਹਿਰੀਕ ਨੂੰ, ਕਸ਼ਮੀਰ ਦੀ ਤਹਿਰੀਕ ਨੂੰ ਕਿਵੇਂ ਟੁਗੈਦਰਨੈਸ ਦੇ ਵਿੱਚ ਲਿਆ ਕੇ ਇੱਕ ਸਟਰੈਂਥ ਦਿੱਤੀ ਹੈ, ਉਹਦੀ ਗੱਲ ਅਸੀਂ ਅਕਸਰ ਕਰਦੇ ਰਹਿੰਦੇ ਹਾਂ। ਪਰ ਇਸ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਸਿੰਬੋਲਿਜ਼ਮ ਵੀ ਬੜਾ ਇੰਪੋਰਟੈਂਟ ਹੁੰਦਾ ਹੈ। ਜਦੋਂ ਅਸੀਂ 7 ਅਗਸਤ ਦੀ ਸ਼ਾਮ 6 ਵਜੇ ਤੋਂ ਰਾਤ ਦੇ 10 ਵਜੇ ਤੱਕ ਉਸ ਐਟਲਾਂਟਿਕ ਓਸ਼ਨ ਦੀ ਹਿੱਕ ਦੇ ਉੱਤੇ ਉਸ ਜਿਹੜੀ ਹੈ ਬੋਟ ਦੇ ਨਾਲ, ਉਸ ਕਰੂਜ਼ ਦੇ ਨਾਲ ਜਿਹੜਾ ਉਹ ਡਿੱਕੋ ਡੋਲੇ ਵੀ ਖਾਦੇ ਤੇ ਖਾਲਿਸਤਾਨ, ਕਸ਼ਮੀਰ, ਪਾਕਿਸਤਾਨ ਦਾ ਝੰਡਾ, ਬੇਸ਼ੱਕ ਉਸ ਦਾ ਓਕੇਜ਼ਨ ਤਾਂ ਜਿਹੜਾ ਪਾਕਿਸਤਾਨ ਡੇ ਦੀ ਸੈਲੀਬ੍ਰੇਸ਼ਨ ਸੀ ਜਿਹੜੀ ਕਿ ਅਦਰਵਾਈਜ਼ 14 ਅਗਸਤ ਨੂੰ ਹੈ, ਪਰ ਇਹ ਪ੍ਰਾਇਰ ਅਗਸਤ ਦਾ ਮਹੀਨਾ ਚੜ੍ਹਦਿਆਂ ਹੀ ਇਸ ਦੀ ਸ਼ੁਰੂਆਤ ਹੋ ਜਾਂਦੀ ਹੈ। ਲੇਕਿਨ ਇਸ ਦਾ ਜਦੋਂ ਮੈਂ ਆ ਕੇ ਵੀ ਉਸ ਇਵੈਂਟ ਤੋਂ ਬਾਅਦ ਉਸ ਦਾ ਇੱਕ ਨਸ਼ਾ ਵੀ ਸੀ ਇਵੈਂਟ ਦਾ। ਚਲੋ ਇੱਕ ਤਾਂ ਸਾਰੇ ਪਿਆਰਿਆਂ ਨੂੰ ਮਿਲਣ ਦਾ ਹੁੰਦਾ ਹੈ ਔਰ ਜਿਸ ਕਿਸਮ ਦੀ ਮੁਹੱਬਤ, ਕੁਰਬਤ ਦਾ ਅਹਿਸਾਸ ਸਾਡੇ ਪਾਕਿਸਤਾਨੀ ਭੈਣ ਭਰਾ ਦਿੰਦੇ ਨੇ, ਉਹ ਤਾਂ ਫਿਰ ਉਹੀ ਅਲਾਮਾ ਇਕਬਾਲ ਦੇ ਅਲਫਾਜ਼ ਜਿਹੜੇ ਨੇ ਕਿ ਮੁਸਲਮਾਨ ਕੋ ਸਲੀਕਾ ਹੈ ਦਿਲ ਨਵਾਜ਼ੀ ਕਾ, ਕਿ ਦਿਲ ਨਵਾਜ਼ੀ ਤਾਂ ਉੱਥੇ ਆ ਕੇ ਮੁੱਕ ਜਾਂਦੀ ਹੈ ਔਰ ਉਹਨਾਂ ਦੇ ਲਹੂ 'ਚ ਹੈ, ਉਹਨਾਂ ਦੇ ਜਿਹੜੀ ਮੈਨੂੰ ਸ਼ਾਇਦ ਮੈਂ ਐਗਜ਼ੈਕਟ ਨਾ ਕੋਟ ਕੀਤਾ ਹੋਏ ਕਿ ਉਸ ਦੇ ਲਹੂ 'ਚ ਹੈ, ਖੂਨ 'ਚ ਹੈ, ਉਹ ਇੱਕ ਆਪਣੀ ਥਾਂ ਜਿਹੜਾ ਹੈ ਉਸ ਦਾ ਨਿੱਘ। ਪਰ ਦੂਸਰੇ ਪਾਸੇ ਜਦੋਂ ਤੁਸੀਂ ਉਸ ਇੱਕ ਗੱਲ ਦਾ ਧਿਆਨ ਰਹੇ, ਜਦੋਂ ਅਸੀਂ ਐਟਲਾਂਟਿਕ ਓਸ਼ਨ ਦੀ ਗੱਲ ਕਰਦੇ ਤੇ ਐਟਲਾਂਟਿਕ ਓਸ਼ਨ ਆਲਮੋਸਟ ਜਿੰਨਾ ਈਵਨ ਧਰਤੀ ਦਾ ਸਰਫੇਸ ਹੈ ਉਸ ਦਾ 20% ਜਿਹੜਾ ਹੈ ਉਹ ਇਕੱਲਾ ਐਟਲਾਂਟਿਕ ਓਸ਼ਨ ਹੈ ਔਰ ਜਿਹੜਾ ਪਾਣੀ ਦਾ ਸਰਫੇਸ ਹੈ ਉਹਦਾ ਟੋਟਲ 29% ਹੈ। ਔਰ ਇਸ ਦੇ ਨਾਲ ਨਾਲ ਜੇ ਅਸੀਂ ਕਹਿਣਾ ਹੋਏ ਕਿ ਬੇਸ਼ੱਕ ਲੱਗਦਾ ਵੀ ਸਮੁੰਦਰ ਪਾਰ, ਪਰ ਜਦੋਂ ਸਮੁੰਦਰਾਂ ਰਾਹੀਂ ਵੀ ਇੱਕ ਕੰਟੀਨੈਂਟ ਨਹੀਂ ਹੈ, ਜਿਹੜੇ ਸਾਰੇ ਹੀ ਕੰਟੀਨੈਂਟ, ਜਦੋਂ ਅਸੀਂ ਐਟਲਾਂਟਿਕ ਓਸ਼ਨ ਦੀ ਗੱਲ ਕਰਦੇ ਹਾਂ, ਜਿਵੇਂ ਮੈਂ ਕਿਹਾ ਕਿ ਇਹ 20% ਅਰਥ ਸਰਫੇਸ ਹੈ
ਔਰ ਇਸ ਦੇ ਨਾਰਥ ਦੇ ਵਿੱਚ ਆਰਕਟਿਕ ਓਸ਼ਨ ਹੈ, ਸਾਊਥ ਵੈਸਟ ਦੇ ਵਿੱਚ ਪੈਸੀਫਿਕ ਓਸ਼ਨ ਹੈ, ਜਦੋਂ ਅਸੀਂ ਜਿਵੇਂ ਕੈਲੀਫੋਰਨੀਆ ਪੈਸੀਫਿਕ ਓਸ਼ਨ ਦੇ ਹੈ, ਨਾਰਥ ਈਸਟ ਦੇ ਵਿੱਚ ਇੰਡੀਅਨ ਓਸ਼ਨ ਹੈ। ਇਹ ਸਾਰੇ ਇੱਕ ਦੂਜੇ ਦੇ ਨਾਲ ਕਿਵੇਂ ਮਿਲਦੇ ਨੇ, ਤੇ ਸਾਊਥ ਦੇ ਵਿੱਚ ਸਾਊਦਰਨ ਓਸ਼ਨ ਹੈ। ਔਰ ਇਸੇ ਤਰ੍ਹਾਂ ਜਿਹੜੀ ਇਕੁਆਟੋਰੀਅਲ ਕਾਊਂਟਰ ਕਰੰਟ ਚੱਲਦਾ ਹੈ, ਉਸ ਦੇ ਵਿੱਚ ਉਹ ਨਾਰਥ ਐਟਲਾਂਟਿਕ ਓਸ਼ਨ ਤੇ ਸਾਊਥ ਐਟਲਾਂਟਿਕ ਓਸ਼ਨ ਨੂੰ ਡਿਵਾਈਡ ਕਰਦਾ ਹੈ। ਸੋ ਮਤਲਬ ਇਹ ਜੋ ਮੈਂ ਸਿੰਬੋਲਿਜ਼ਮ ਦੀ ਗੱਲ ਕਰ ਰਿਹਾ ਕਿ ਵੀ ਇਹ ਬੇਸ਼ੱਕ ਅਸੀਂ ਐਟਲਾਂਟਿਕ ਓਸ਼ਨ ਦੀ ਹਿੱਕ ਤੇ ਹਾਂ, ਪਰ ਅਸੀਂ ਸਾਰੇ ਦੁਨੀਆ ਦੇ ਨਾਲ ਉਹਨਾਂ ਸਮੁੰਦਰਾਂ ਰਾਹੀਂ ਜੁੜੇ ਹੋਏ ਹਾਂ। ਔਰ ਜਦੋਂ ਫਿਰ ਇਹ 3-4 ਘੰਟੇ ਦਾ ਜਿਹੜਾ ਸਮੁੰਦਰੀ ਸਫ਼ਰ ਹੈ ਉਹ ਮੈਨਹਟਨ ਦੇ ਆਰੀਏ ਨੂੰ ਟੱਚ ਕਰਦਾ ਹੈ, ਤੇ ਫਿਰ ਆਜ਼ਾਦੀ ਦੀ ਦੇਵੀ ਸਟੈਚੂ ਆਫ ਲਿਬਰਟੀ ਜਿਹਦੇ ਹੱਥ ਦੇ ਵਿੱਚ ਮਿਸਾਲ ਫੜੀ ਹੋਈ ਹੈ, ਹੋਪ। ਜਦੋਂ ਅਸੀਂ ਰੋਸ਼ਨੀ ਕਹਿੰਦੇ ਹਾਂ, ਹਨੇਰੇ ਔਰ ਰੋਸ਼ਨੀ 'ਚ ਇਹੀ ਹੁੰਦਾ ਹੈ। ਹਨੇਰਾ ਫਰਸਟ੍ਰੇਸ਼ਨ ਹੈ, ਡਿਫੀਟ ਹੈ, ਢਹਿੰਦੀ ਕਲਾ ਹੈ, ਰੋਸ਼ਨੀ ਦੀਵਾ, ਔਰ ਜਿਹਦੇ ਤੇ ਫਿਰ ਸ਼ਮਾ ਪਤੰਗੇ, ਕਿ ਸਾਰੀ ਪੋਇਟਰੀ ਸ਼ਮਾ ਪਤੰਗੇ ਤੇ ਘੁੰਮਦੀ ਹੈ। ਉਹ ਹੋਪ ਵੀ ਹੈ, ਉਹ ਇਹ ਵੀ ਦੱਸਦੀ ਹੈ ਕਿ ਰੋਸ਼ਨੀ, ਔਰ ਇਹ ਵੀ ਦੱਸਦੀ ਹੈ ਕਿ ਭਾਈ ਜਿੱਥੇ ਜਿੱਥੇ ਸ਼ਮਾ ਹੋਏਗੀ ਪਤੰਗੇ ਆ ਕੇ ਕੁਰਬਾਨ ਹੋਣਗੇ। ਆਜ਼ਾਦੀ ਦੀ ਦੇਵੀ ਨੂੰ ਰਿਝਾਉਣ ਦੇ ਲਈ ਜਿਹੜਾ ਉਹ ਸਰੀਰਾਂ ਦੇ ਨਜ਼ਰਾਨੇ ਪੇਸ਼ ਹੁੰਦੇ ਰਹਿਣਗੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਜਦੋਂ ਕੌਮਾਂ ਉਹ ਸਟਰਗਲ ਦੀ ਹਾਲਤ 'ਚ ਹੁੰਦੀ ਹੈ, ਔਰ ਸਟੈਚੂ ਆਫ ਲਿਬਰਟੀ ਦੀ ਇੱਕ ਆਪਣੀ ਅਹਿਮੀਅਤ ਹੈ ਕਿ ਕਿਵੇਂ ਜਦੋਂ 1776 ਦੇ ਵਿੱਚ 4 ਜੁਲਾਈ ਨੂੰ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਕਰਕੇ 13 ਕਾਲੋਨੀਜ਼ ਆਪਣੀ ਆਜ਼ਾਦੀ ਦਾ ਐਲਾਨ ਕਰਦੀਆਂ ਨੇ, ਤੇ ਜੇ ਉਸ ਵੇਲੇ ਵੀ ਦੁਨੀਆ ਦੇ ਵਿੱਚ ਜਿਵੇਂ ਅੱਜ ਅਸੀਂ ਸੈਂਟਰਲ ਏਸ਼ੀਆ, ਸਾਊਥ ਏਸ਼ੀਆ, ਸਾਊਥ ਚਾਈਨਾ ਸੀ ਰਾਈਵਲਰੀ ਦੇਖ ਰਹੇ ਹਾਂ, ਉਸ ਵੇਲੇ ਵੀ ਦੁਨੀਆ ਦੇ ਵਿੱਚ ਯੂਰਪੀਅਨ ਕਲੋਨੀਅਲ ਪਾਵਰਸ ਹੀ ਇੱਕ ਦੂਸਰੇ ਦੇ ਹੱਥੋਂ ਖੋਹ ਕੇ ਆਪਣੀ ਜੇਬ 'ਚ ਪਾਉਣ ਵਾਲਾ ਕੰਮ ਸੀ। ਕਿਉਂਕਿ ਕੈਨੇਡਾ ਦਾ ਵੱਡਾ ਹਿੱਸਾ ਜਿਹੜਾ ਉਹ ਫ੍ਰੈਂਚ ਕੰਟਰੋਲ ਤੋਂ ਅਮਰੀਕਾ ਨੇ ਖੋਇਆ ਸੀ। ਇੱਥੇ ਵੀ ਹਾਲਾਤ ਜਿਹੜੇ ਨੇ ਉਹਨਾਂ ਨੂੰ ਪੁਸ਼ ਕੀਤਾ ਸੀ ਕਾਰਨਰ ਤੇ ਉਹ ਵੀ ਆਪਣਾ ਜਿਹੜਾ ਉਹ ਅਕਾਊਂਟ ਸੈਟਲ ਕਰਨਾ ਚਾਹੁੰਦੇ ਸੀ। ਸੋ ਜੇ ਕਿਸੇ ਨੇ ਉਸ ਪੀਰੀਅਡ 'ਚ ਇੰਟਰਨੈਸ਼ਨਲ ਲੈਵਲ ਦੇ ਉੱਤੇ ਮਦਦ ਵੀ ਕੀਤੀ, ਭਾਵੇਂ ਪਹਿਲਾਂ ਉਹ ਸਿੰਬੋਲਿਕ ਮਦਦ ਸੀ, ਉਹਨਾਂ ਦੇ ਕੁਝ ਲੋਕ ਆ ਕੇ ਇੱਥੇ ਲੜਦੇ ਵੀ ਰਹੇ। ਔਰ ਅੱਜ ਵੀ ਜਦੋਂ ਅਸੀਂ ਵਾਈਟ ਹਾਊਸ ਦੇ ਸਾਹਮਣੇ ਲਫਾਇਤ ਪਾਰਕ ਦੇਖਦੇ ਹਾਂ, ਤੇ ਲਫਾਇਤ ਇੱਕ ਫ੍ਰੈਂਚ ਸੀ ਜਿਹੜਾ ਆ ਕੇ ਅਮਰੀਕਾ ਦੀ ਰੈਵੋਲੂਸ਼ਨਰੀ ਵਾਰ ਦੇ ਵੇਲੇ ਨਾਲ ਆ ਕੇ ਖੜਿਆ, ਲੜਿਆ। ਔਰ ਫਿਰ ਇਹ ਵੀ ਹੈ ਕਿ ਜਦੋਂ ਇਹ ਫਰੀडम ਦੀ ਮੰਜ਼ਿਲ ਕਰੀਬ ਆਉਂਦੀ ਹੈ ਤੇ ਇਹ ਸਟੈਚੂ ਆਫ ਲਿਬਰਟੀ ਫਰਾਂਸ ਵੱਲੋਂ ਗਿਫਟ ਕੀਤਾ ਗਿਆ ਸੀ ਅਮਰੀਕਾ ਨੂੰ। ਔਰ ਇਹਦੀ ਲੰਬੀ ਹਿਸਟਰੀ ਹੈ ਕਿ ਕਿਵੇਂ ਛੋਟੇ ਛੋਟੇ ਪਾਰਟਸ ਆਏ, ਕਿਵੇਂ ਉਹਨੂੰ ਅਸੈਂਬਲ ਕੀਤਾ ਗਿਆ। ਸੋ ਇਹ ਜਿਹੜਾ ਸਟੈਚੂ ਆਫ ਲਿਬਰਟੀ ਜਿਸ ਬੀਬੀ ਦੇ ਹੱਥ ਦੇ ਵਿੱਚ, ਇੱਕ ਹੱਥ ਦੇ ਵਿੱਚ ਕਿਤਾਬ ਫੜੀ ਹੋਈ ਹੈ, ਇੱਕ ਦੇ ਵਿੱਚ ਮਸ਼ਾਲ ਫੜੀ ਹੋਈ ਹੈ, ਇਹ ਸਾਡੀ ਵੀ ਯਾਦ ਦਹਾਨੀ ਹੈ ਕਿ ਭਾਈ ਇਨ ਦਾ ਐਂਡ ਜੇ ਅਸੀਂ ਆਜ਼ਾਦੀ ਦੇ ਲਈ ਜੂਝ ਰਹੇ ਹਾਂ ਤੇ ਕਦੇ ਵੀ ਜਿਹੜੀ ਹੈ ਮੋਮੈਂਟ ਆਫ ਫਰਸਟ੍ਰੇਸ਼ਨ ਨਹੀਂ ਆਣੀ ਚਾਹੀਦੀ, ਹੋਪ ਉਹ ਕਾਇਮ। ਔਰ ਇਹ ਕਿਤਾਬ ਸਾਨੂੰ ਯਾਦ ਦਹਾਨੀ ਕਰਵਾਉਂਦੀ ਹੈ ਕਿ ਜਸਟਿਸ, ਕਿ ਅਲਟੀਮੇਟਲੀ ਅਸੀਂ ਜਿਸ ਸਿਸਟਮ 'ਚ ਉੱਥੇ ਰੂਲ ਆਫ ਦਾ ਲਾਅ ਨਹੀਂ ਹੈ, ਉੱਥੇ ਅਸੀਂ ਸਾਡੇ ਨਾਲ ਕਿਸ ਹੱਦ ਤੱਕ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਹੋ ਰਹੀ ਹੈ। ਲੇਕਿਨ ਨਾਲ ਜਦੋਂ ਤੁਸੀਂ ਉਸ ਇੱਕ ਨਜ਼ਰ ਤੁਹਾਡੀ ਸਟੈਚੂ ਆਫ ਲਿਬਰਟੀ ਤੇ ਹੈ, ਇੱਕ ਬੈਕਗਰਾਊਂਡ ਦੇ ਵਿੱਚ ਤੁਸੀਂ ਪਾਕਿਸਤਾਨ ਦਾ ਝੰਡਾ, ਖਾਲਿਸਤਾਨ ਦਾ ਝੰਡਾ, ਕਸ਼ਮੀਰ ਦਾ ਝੰਡਾ ਲਹਿਰਾ ਰਿਹਾ, ਤੇ ਫਿਰ ਉਦੋਂ ਕਿਹੜੇ ਵਲਵਲੇ ਹੋਣਗੇ। ਇਹ ਠੀਕ ਹੈ ਹਚਕੋਲਿਆਂ ਦੇ ਵਿੱਚ ਹੋਰ ਵੀ ਕਈ ਕੁਝ ਹੋ ਰਿਹਾ ਹੁੰਦਾ, ਪਰ ਮੈਂ ਵਲਵਲਿਆਂ ਦੀ ਗੱਲ ਕਰਦਾ ਕਿ ਵਲਵਲਿਆਂ 'ਚ ਜਿਹੜੇ ਹਚਕੋਲੇ ਨੇ ਉਹਨਾਂ ਦੇ ਵਿੱਚ ਹੋਪ ਜਿਹੜੀ ਹੈ ਉਹ ਉਮੜ ਕੇ ਪੈਂਦੀ ਸੀ। ਔਰ ਜਿਵੇਂ ਮੈਂ ਕਿਹਾ, ਜੇ ਕਦੇ ਫਰਾਂਸ ਨੇ ਪਹਿਲਾਂ ਹਾਂ ਦਾ ਨਾਰਾ ਮਾਰਿਆ ਜਦੋਂ ਅਮਰੀਕਨਾਂ ਨੇ 1776 ਦੇ ਵਿੱਚ ਜਿਹੜਾ ਉਹ ਡੈਕਲੇਰੇਸ਼ਨ ਕੀਤੀ 4 ਜੁਲਾਈ ਨੂੰ, ਫਿਰ ਲੋੜੀਂਦੀ ਮਦਦ ਵੀ ਕੀਤੀ। ਤੇ ਅਸੀਂ ਜਦੋਂ ਪਾਕਿਸਤਾਨ ਡੇ ਨੂੰ ਯਾਦ ਕਰ ਰਹੇ ਹਾਂ, ਸੈਲੀਬ੍ਰੇਟ ਕਰ ਰਹੇ ਹਾਂ, ਤੇ ਸਾਡੀ ਵੀ ਇਹ ਇਕੱਲੀ ਇਹੀ ਨਹੀਂ, ਔਰ ਕਸ਼ਮੀਰੀ ਸਾਡੇ ਭਰਾ ਜਿਹੜਾ ਤੋਂ ਨੂੰ ਅਸੀਂ 5 ਅਗਸਤ ਨੂੰ ਜੋ ਆਈਨੀ ਗੁੰਡਾਗਰਦੀ ਦਾ ਸ਼ਿਕਾਰ ਹੋਏ ਔਰ 74-75 ਸਾਲ ਤੋਂ ਲਗਾਤਾਰਤਾ ਨਾਲ ਸਫ਼ਰ ਕਰ ਰਹੇ ਨੇ, ਉਹਨਾਂ ਨੂੰ ਵੀ ਜੇ ਹੋਪ ਹੈ। ਅੱਜ ਅਸੀਂ ਜੇ ਪਾਕਿਸਤਾਨ ਵੱਲ ਇੱਕ ਆਸ ਦੀ, ਹੋਪ ਦੀ ਨਿਗਾਹ ਨਾਲ ਦੇਖਦੇ ਹਾਂ, ਤੇ ਮੈਂ ਸਮਝਦਾ ਵੀ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦਾ
ਇਹ ਛੋਟੇ ਛੋਟੇ ਜੈਸਚਰ ਹੁੰਦੇ ਨੇ, ਇਹਦੇ nice, it ਵਿੱਚ was so ਕੋਈ awesome. ਹਜ਼ਾਰਾਂ ਲੋਕਾਂ ਦੀ ਲੋੜ ਨਹੀਂ ਹੁੰਦੀ, ਸਿਰਫ ਤੁਹਾਡਾ ਥਾਟ, ਉਸ ਥਾਟ ਨੂੰ ਤੁਸੀਂ ਕਿਵੇਂ ਜਿਹੜਾ ਅੱਗੇ ਤੋਰਦੇ ਹੋ, ਔਰ ਇਸ ਸਾਰਿਆਂ ਨੂੰ ਸਭ ਨੇ ਇੰਜੋਏ ਵੀ ਕੀਤਾ। ਫੁੱਲ ਡੈਲੀਗੇਸ਼ਨ ਜਿਹੜਾ ਹੈ ਸਿੱਖ ਕੌਮ ਵੱਲੋਂ, ਕਿਉਂਕਿ ਗੱਲ ਨੁਮਾਇੰਦਗੀ ਦੀ ਵੀ ਹੁੰਦੀ ਹੈ, ਜਿੱਥੇ ਤੁਸੀਂ ਵੀ ਪਾਰਟਿਸਿਪੇਟ ਕੀਤਾ ਹੈ, ਸਾਡੀ TV 84 ਦੀ ਸਾਰੀ ਟੀਮ ਨੇ ਵੀ ਰਿਮਾਰਕੇਬਲ ਕੰਮ ਕੀਤਾ, ਔਰ ਦਰਸ਼ਕ ਬੈਕਗ੍ਰਾਉਂਡ 'ਚ ਉਹ ਸ਼ਾਟ ਦੇਖ ਸਕਦੇ ਨੇ। ਔਰ ਸਾਡੇ ਟੈਕਨੀਕਲ ਮੈਨੇਜਰ ਇਸ਼ਪ੍ਰੀਤ ਸਿੰਘ ਨੇ ਇੱਕ ਬੜਾ ਸੋਹਣਾ ਸ਼ਾਟ ਜਿਹਦੇ ਬੈਕ ਦੇ ਉੱਤੇ ਸਟੈਚੂ ਆਫ ਲਿਬਰਟੀ ਹੈ ਤੇ ਖਾਲਿਸਤਾਨ ਦਾ ਝੰਡਾ ਲਹਿਰਾ ਰਿਹਾ ਹੈ। ਹਾਲਾਂਕਿ ਜਦੋਂ ਪ੍ਰੋਗਰਾਮ ਚੱਲ ਰਿਹਾ ਹੁੰਦਾ ਹੈ ਤੁਸੀਂ ਰਿਕਾਰਡਿੰਗ ਵੀ ਕਰ ਰਹੇ ਹੋ, ਦੂਜਾ ਰਿਮਾਰਕੇਬਲ ਪਾਰਟ ਸੀ। ਔਰ ਇਸ ਸਾਰੇ ਦੇ ਨਾਲ ਨਾਲ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਸਾਡੇ ਕਸ਼ਮੀਰੀ ਭੈਣ ਭਰਾ ਵੀ ਸਾਡੇ ਨਾਲ ਜਿਹੜੇ ਨੇ ਉਹ ਉਵੇਂ ਹੀ ਮਹਿਸੂਸ ਕਰਦੇ ਨੇ, ਕਿਉਂਕਿ ਦੁਸ਼ਮਣ ਵੀ ਇੱਕ ਹੈ, ਸਾਡੀ ਮੰਜ਼ਿਲ ਵੀ ਇੱਕ ਹੈ। ਉਹ ਵੀ ਇਸ ਹੋਪ ਦੇ ਨਾਲ ਦੇਖਦੇ ਨੇ। ਔਰ ਸਾਡੇ ਡੈਲੀਗੇਸ਼ਨ ਦੇ ਵਿੱਚ ਵੀਰ ਹਿੰਮਤ ਸਿੰਘ, ਜਿਹੜੇ ਸਿੱਖ ਕੋਆਰਡੀਨੇਸ਼ਨ ਕਮੇਟੀ ਜਿਹੜੀ ਈਸਟ ਕੋਸਟ ਦੇ 50 ਤੋਂ ਜ਼ਿਆਦਾ ਗੁਰਦੁਆਰਿਆਂ ਦੀ ਨੁਮਾਇੰਦਗੀ ਕਰਦੀ ਹੈ, ਉਹ ਸਾਡੇ ਨਾਲ ਸਨ। ਵੀਰ ਬਲਜਿੰਦਰ ਸਿੰਘ ਜਿਹੜੇ ਦੁਆਬਾ ਸਿੱਖ ਐਸੋਸੀਏਸ਼ਨ ਦੇ ਜਿਹੜੇ ਨੇ ਕਰਤਾ ਧਰਤਾ ਨੇ, ਉਹਨਾਂ ਦੀ ਨੁਮਾਇੰਦਗੀ ਸੀ। ਸਾਡੇ ਵੀਰ ਸਰ ਕਿਰਪਾਲ ਸਿੰਘ ਬਿਲਿੰਗ ਜਿਹੜੇ ਕਿ ਸਾਡੇ ਲਈ ਵੀ ਇੰਸਪੀਰੇਸ਼ਨ ਨੇ, ਯੂਥ ਸਫਲ ਕਾਰੋਬਾਰੀ ਵੀ ਨੇ, ਔਰ ਹਰ ਪੰਥਕ ਫਰੰਟ ਦੇ ਉੱਤੇ ਅੱਗੇ ਨਾਲ ਤੁਰਦੇ ਨੇ। ਔਰ ਜ਼ਾਹਰ ਹੈ ਕਿ ਡਾਕਟਰ ਰਣਜੀਤ ਸਿੰਘ ਆਪਣੀ ਸਿੰਘਣੀ ਸਾਹਿਬਾਂ ਦੇ ਨਾਲ, ਭੈਣ ਜੀ ਅਵਿਨਾਸ਼ ਕੌਰ, ਉਹਨਾਂ ਨੇ ਪਾਰਟਿਸਿਪੇਟ ਕੀਤਾ। ਸਿੱਖ ਯੂਥ ਆਫ ਅਮਰੀਕਾ ਦੇ ਜਿਹੜੇ ਨੇ ਉਹ ਰੂਹੇ ਰਵਾਨ ਨੇ, ਔਰ ਇਸ ਸਾਰੇ ਨੇ ਸਾਨੂੰ ਬਹੁਤ ਐਨਰਜਾਈਜ਼ ਕੀਤਾ। ਔਰ ਇਹ ਵੀ ਮੈਂ ਦੱਸ ਦਿਆਂ ਕਲੋਜ਼ਿੰਗ ਤੋਂ ਪਹਿਲਾਂ, ਹਾਲਾਂਕਿ ਇਸ ਸਾਰੇ ਪ੍ਰੋਗਰਾਮ ਨੂੰ ਦੀ ਜਿਹੜੀ ਰਿਪੋਰਟਿੰਗ 2-2.5 ਮਿੰਟ ਦੀ ਬੜੀ ਖੂਬਸੂਰਤ ਅੰਦਾਜ਼ ਦੇ ਵਿੱਚ ਵੋਸਾ ਵੌਇਸ ਆਫ ਸਾਊਥ ਏਸ਼ੀਆ TV ਨੇ ਕੀਤੀ। ਉਹਨਾਂ ਨੇ ਸਾਨੂੰ ਵੀ ਇੰਟਰਵਿਊ ਕੀਤਾ, ਬਾਕੀਆਂ ਨੂੰ ਵੀ। ਔਰ ਜਿਹੜੀ ਵੀਡੀਓ ਜਿਹੜੀ ਹੈ ਉਹ ਆਲਮੋਸਟ ਵਾਇਰਲ ਵਾਂਗ ਹੈ, ਹਜ਼ਾਰਾਂ ਕੰਮ ਜਿਹੜੇ ਨੇ ਉਹਦੇ ਵਿਊਅਰ ਔਰ ਸੈਂਕੜਿਆਂ ਕਮੈਂਟ ਨੇ। TV 84 ਵੱਲੋਂ ਅਸੀਂ ਸਾਰੇ ਪ੍ਰੋਗਰਾਮ ਨੂੰ ਐਡਿਟ ਵੀ ਕੀਤਾ ਜਾ ਰਿਹਾ, ਪਰ ਇੱਕ ਬਰੀਫ ਵੀਡੀਓ ਜਿਹੜੀ ਹੈ ਉਸ ਦੀ 2-3 ਮਿੰਟ ਦੀ ਐਜ਼ ਅ ਨਿਊਜ਼ ਆਈਟਮ ਉਹ ਤੁਹਾਨੂੰ ਇੱਕ ਗਲਿੰਪਸ ਦੇ ਦਿੰਦਾ ਹੈ ਵੀ ਕੀ ਹੋਇਆ। ਉਹ ਅਸੀਂ ਸੈਗਮੈਂਟ ਦੇ ਐਂਡ ਦੇ ਉੱਤੇ ਜਿਹੜਾ ਉਹ ਦਿਖਾਵਾਂਗੇ ਵੀ। ਲੇਕਿਨ ਉਸ ਤੋਂ ਪਹਿਲਾਂ ਮੈਂ ਇਹ ਵੀ ਦੱਸ ਦਿਆਂ ਕਿ 15 ਅਗਸਤ ਦੇ ਹਵਾਲੇ ਨਾਲ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਪ੍ਰੋਟੈਸਟ ਰੱਖੇ ਗਏ ਨੇ, ਰੈਲੀਜ਼, ਖਾਲਿਸਤਾਨ ਦਾ ਝੰਡਾ ਲਹਿਰਾਉਣ ਦੀ ਗੱਲ। ਉਹਨਾਂ ਦੇ ਵਿੱਚ ਨਿਊਯਾਰਕ ਵੀ ਸ਼ਾਮਲ ਹੈ, ਵਾਸ਼ਿੰਗਟਨ DC 'ਚ ਸਾਡੇ ਵੀਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ ਬਹੁਤ ਉਦਮ ਕਰ ਰਹੇ ਨੇ ਕਿ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨਾ ਹੈ। ਇਸੇ ਤਰ੍ਹਾਂ ਸੈਨ ਫਰਾਂਸਿਸਕੋ, ਸ਼ਿਕਾਗੋ ਔਰ ਹੋਰ ਥਾਵਾਂ ਦੀ ਵੀ ਰਿਪੋਰਟਿੰਗ ਹੋਏਗੀ। ਆਸਟ੍ਰੇਲੀਆ ਬਾਰੇ ਵੀ ਸਾਡੇ ਕੋਲ ਖਬਰਾਂ ਆਉਣ ਵਾਲੇ ਦਿਨਾਂ 'ਚ ਨੇ, UK 'ਚ। ਲੇਕਿਨ ਵੀਰ ਬਲਵਿੰਦਰ ਸਿੰਘ ਚੱਠਾ ਜੀ ਨੇ ਸਾਨੂੰ ਜਿਹੜਾ ਉਹਨਾਂ ਨੇ ਇਸ ਪ੍ਰਥਾਏ ਖਾਸ ਤੌਰ ਤੇ ਪੋਸਟਰ ਵੀ ਤਿਆਰ ਕੀਤਾ। ਮੈਂ ਕਹਾਂਗਾ ਆਪਣੀ ਟੈਕਨੀਕਲ ਟੀਮ ਨੂੰ ਦਿਖਾ ਵੀ ਦੇਣ। ਔਰ ਇਹ ਜਿਹੜਾ ਇੰਡੀਅਨ ਐਮਬੈਸੀ ਦੇ ਬਾਹਰ ਜਿਹੜਾ 15 ਤਰੀਕ ਨੂੰ, ਕਿਉਂਕਿ ਕੁਦਰਤੀ 15 ਐਤਵਾਰ ਹੈ, 11 ਵਜੇ ਜਿਹੜਾ ਜ਼ੋਰਦਾਰ ਰੈਲੀ ਹੋਏਗੀ ਔਰ ਖਾਲਿਸਤਾਨ ਜ਼ਿੰਦਾਬਾਦ ਗੂੰਜੇਗਾ। ਔਰ ਅੱਜ ਹੀ ਉਹਨਾਂ ਨੇ ਇਹ ਖਬਰ ਵੀ ਦਿੱਤੀ ਹੈ ਕਿ 3 ਵਜੇ ਉਸੇ ਹੀ ਦਿਨ ਅਨੁਪਮ ਖੈਰ ਜਿਹੜਾ ਇੱਕ ਬਹੁਤ ਸ਼ੈਤਾਨ ਦੀ ਟੂਟੀ, ਬੇਸ਼ੱਕ ਆਪਣੇ ਆਪ ਨੂੰ ਉਹ ਫਿਲਮੀ ਦੁਨੀਆ ਦਾ ਕਹਿੰਦਾ ਖਤਰਨਾਕ ਕਸ਼ਮੀਰੀ ਪੰਡਤ, ਕਿਸਾਨਾਂ ਦੀ ਮੂਵਮੈਂਟ ਦਾ ਵੀ ਵਿਰੋਧ ਕਰਨ ਵਾਲਾ ਔਰ ਫੁੱਲ ਆਫ ਹੇਟਰੇਡ ਸਿੱਖਾਂ ਦੇ ਲਈ। ਭਾਵੇਂ ਕਿਰਨ ਖੈਰ ਜਿਹੜੀ ਉਹ MP ਆਪਣੇ ਆਪ ਨੂੰ ਸਿੱਖ ਹੈਰੀਟੇਜ ਨਾਲ ਜੋੜਦੀ ਹੈ, ਪਰ ਉਹ ਭਰਿਆ ਹੋਇਆ ਨਫ਼ਰਤ ਨਾਲ। ਉਹ ਉੱਥੇ ਬੁੱਲ ਰਨ ਪਾਰਕ ਦੇ ਵਿੱਚ ਆ ਰਿਹਾ ਔਰ 3 ਵਜੇ ਜਿਹੜਾ ਵਾਸ਼ਿੰਗਟਨ DC ਦੀਆਂ ਸਿੱਖ ਸੰਗਤਾਂ ਨੇ ਇੱਥੋਂ ਨਿਬੇੜ ਕੇ ਕੰਮ ਇੰਡੀਅਨ ਐਮਬੈਸੀ ਦੇ ਬਾਹਰ ਫਿਰ ਉਹਨਾਂ ਨੇ ਬੁੱਲ ਰਨ ਪਾਰਕ ਦੇ ਵਿੱਚ ਜਾਣਾ। ਸੋ ਅਸੀਂ ਇਹ ਜ਼ੋਰਦਾਰ ਅਪੀਲ ਵੀ ਕਰਾਂਗੇ ਆਪਣੇ ਪੇਕਿਆਂ ਦੇ ਪਿੰਡ ਵਾਲਿਆਂ ਨੂੰ ਕਿ ਭਾਈ ਵੱਡੀ ਗਿਣਤੀ ਦੇ ਵਿੱਚ ਦੋਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਕਰੋ।